ਸਮੱਸਿਆ ਸਾਡੇ ਕੋਲ ਟਾਈਮ ਦੀ ਹੋਣ ਕਰਕੇ ਉਹਨਾਂ ਨੂੰ ਕਹਿਣਾ ਪਿਆ। ਉੱਦਾਂ ਦਿਲ ਕਰਦਾ ਕਿ ਅਸੀਂ ਹੋਰ ਉਹਨਾਂ ਨੂੰ ਸੁਣਦੇ, ਪਰ ਕਿਉਂਕਿ ਸਾਡੇ ਦਰਮਿਆਨ ਸਾਡਾ ਜਿਹੜਾ ਪ੍ਰੋਗਰਾਮ ਸੀ ਉਸ ਤੋਂ ਇਲਾਵਾ ਬਹੁਤ ਸਾਰੇ ਸਾਥੀ ਸਾਡੇ ਕੋਲ ਟਾਈਮ, ਅਸੀਂ ਆਪਣੇ ਹਿਸਾਬ ਨਾਲ ਪ੍ਰੋਗਰਾਮ ਬਣਾਉਣਾ ਹੁੰਦਾ ਆ। ਡਾਕਟਰ ਜੱਸੀ ਸਾਡੇ ਮੇਨ ਸਪੀਕਰਸ ਦੇ ਵਿੱਚ ਸਨ, ਪਰਮਿੰਦਰ ਖੁੱਤਰ ਹੁਣੀ ਐਡਵੋਕੇਟ ਸਾਹਿਬ, ਉਹਨਾਂ ਨੇ ਵੀ ਹਾਲੇ ਬੋਲਣਾ। ਅਤੇ ਇਨ ਦੀ ਮੇਨ ਟਾਈਮ ਸਾਡੇ ਦਰਮਿਆਨ ਸ਼੍ਰੀ ਮੇਹਰ ਚੰਦ ਜੀ ਜੱਸਲ ਜਿਹੜੇ UK ਤੋਂ ਆਏ ਹਨ, ਉਹਨਾਂ ਨੇ ਤਕਸ਼ਲਾ ਬੁੱਧ ਵਿਹਾਰ ਲੁਧਿਆਣੇ ਜਾਣਾ ਹੈ ਅਤੇ ਹਰ ਇੱਕ ਨੂੰ ਕਾਹਲੀ ਹੈ। ਸਾਡੇ ਦਰਮਿਆਨ ਡਿੱਕੀ ਦੇ ਸ਼੍ਰੀ ਸੰਜੀਵ ਡਾਂਗੀ ਜੀ ਵੀ ਆਏ ਹੋਏ ਹਨ। ਡਿੱਕੀ ਉਹ ਸੰਸਥਾ ਹੈ ਜਿਹੜੀ ਸਾਨੂੰ ਸਿਰਫ ਸਰਵਿਸਿਜ਼ ਵਿੱਚ ਅਸੀਂ ਆਪਾਂ ਜ਼ਿਆਦਾ ਰਹੇ ਹਾਂ, ਅਤੇ ਉਸ ਦੇ ਵਿੱਚੋਂ ਕੱਢ ਕੇ ਕਾਮਰਸ ਅਤੇ ਇੰਡਸਟਰੀ ਦੇ ਵਿੱਚ ਆਪਣੇ ਸਮਾਜ ਨੂੰ, ਸਮਾਜ ਦੇ ਪੜ੍ਹੇ ਲਿਖੇ ਵਰਗ ਨੂੰ ਲਿਜਾਉਣ ਦੇ ਲਈ ਯਤਨਸ਼ੀਲ ਹੈ। ਉਹ ਉਸ ਦੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਹਨ ਦਲਿਤ ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ। ਉਹਨਾਂ ਨੇ ਵੀ ਉਹ ਸਮਾਂ ਦੇਣਾ ਹੈ, ਬੇਸ਼ੱਕ 2 ਮਿੰਟ ਦੇਈਏ ਉਹਨਾਂ ਨੂੰ। ਮੈਂ ਮੇਹਰ ਚੰਦ ਜੱਸਲ ਜੀ ਨੂੰ ਬੇਨਤੀ ਕਰਦਾ ਕਿ ਉਹ ਵੀ ਸਮੇਂ ਨੂੰ ਧਿਆਨ 'ਚ ਰੱਖਦੇ ਹੋਏ, ਕਿਉਂਕਿ ਉਹਨਾਂ ਨੇ ਤਾਂ ਜਾਣਾ ਹੀ ਆ ਲੁਧਿਆਣੇ, ਜਿੱਦਾਂ ਚੌਧਰੀ ਸਾਹਿਬ ਇੱਕਦਮ ਦੌੜ ਲੱਗੀ ਸੀ ਉਹਨਾਂ ਦੀ। ਸ਼੍ਰੀ ਮੇਹਰ ਚੰਦ ਜੱਸਲ ਜੀ। ਸਤਿਕਾਰਯੋਗ ਸਾਥੀਓ, ਅੱਜ ਬਾਬਾ ਸਾਹਿਬ ਦਾ ਨਿਰਵਾਣ ਦਿਵਸ ਹੈ ਔਰ ਸ਼ਰਧਾਂਜਲੀਆਂ ਦੇਣ ਲਈ ਅਸੀਂ ਇਕੱਤਰ ਹੋਏ ਹਾਂ। ਕਾਫੀ ਸਾਲਾਂ ਤੋਂ ਬਾਅਦ ਮੈਂ ਅੰਬੇਡਕਰ ਭਵਨ ਆਇਆ। ਬਾਬਾ ਸਾਹਿਬ ਦਾ ਨਿਰਵਾਣ ਦਿਵਸ ਸੀ, ਰਹਿ ਨਹੀਂ ਹੋਇਆ, ਜਾਣਾ ਸੀਗਾ ਤਕਸ਼ਲਾ ਮਹਾਬੁੱਧ ਵਿਹਾਰ, ਪਰ ਮੈਂ ਇੱਥੇ ਵੀ ਟਾਈਮ ਕੱਢਿਆ। ਸਾਰੇ ਸਾਥੀਆਂ ਦਾ ਮੈਂ ਰੂਹਾਂ ਨੂੰ ਦੇਖਿਆ ਔਰ ਭਾਸ਼ਣ ਵੀ ਸੁਣੇ ਆ, ਬਹੁਤ ਪਤੇ ਦੀਆਂ ਗੱਲਾਂ ਕਹਿ ਗਏ ਆ। ਮਾਨਯੋਗ ਪੂਜਿਆ ਬਾਲੀ ਜੀ ਉਹਨਾਂ ਨੇ ਜੋ ਕਿਹਾ, ਉਹਨਾਂ ਦੇ ਹਰ ਲਫ਼ਜ਼ ਦੇ ਵਿੱਚ ਕੋਈ ਨਾ ਕੋਈ ਮੀਨਿੰਗ ਸੀਗਾ। ਆਵਾਜ਼ ਉਹਨਾਂ ਦੀ, ਮੈਂ ਉਹਨਾਂ ਨੂੰ ਬਜ਼ੁਰਗ ਨਹੀਂ ਹਾਲੇ ਤੱਕ ਵੀ ਕਹੂੰਗਾ, ਨਾ ਕਹਿਣ ਵਾਲਾ ਹੀ ਆ। ਸਰੀਰਕ ਤੌਰ 'ਤੇ ਜ਼ਰੂਰ ਉਹ ਬਜ਼ੁਰਗ ਹੋ ਗਏ, ਪਰ ਅੰਦਰੋਂ ਉਹ ਬਜ਼ੁਰਗ ਨਹੀਂ ਹੈ। ਉਹਨਾਂ ਦੀ ਆਵਾਜ਼ ਵਿੱਚ ਬਹੁਤ ਦਮ ਹੈ। ਮੈਂ ਜ਼ਿਆਦਾ ਨਾ ਟਾਈਮ ਲੈਂਦਾ ਹੋਇਆ ਇੱਕ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਕਵਿਤਾ ਦੇ ਵਿੱਚ ਦੇਵਾਂਗਾ। ਕੁਝ 2-4 ਗੱਲਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਨਾ ਚਾਹੁੰਦਾ। ਤੁਸੀਂ ਸਾਰੇ ਜਾਣਦੇ ਆ ਕਿ ਜੋ ਬਾਬਾ ਸਾਹਿਬ ਸਾਨੂੰ ਦੇ ਗਏ, ਉਹਨਾਂ ਲੋਕਾਂ ਨੂੰ ਜੋ ਦੇ ਗਏ ਜੋ ਸਾਡੇ ਬਜ਼ੁਰਗ ਗੁਲਾਮ ਸੀਗੇ, ਸਲੇਵ ਸੀਗੇ। ਮੁੱਦਤਾਂ ਗੁਜ਼ਰ ਗਈਆਂ, ਪੀੜ੍ਹੀਆਂ ਗੁਜ਼ਰ ਗਈਆਂ ਗੁਲਾਮੀ ਕਰਦਿਆਂ ਨੂੰ। ਇਸ ਗੁਲਾਮਗਿਰੀ ਨੂੰ ਖਤਮ ਕਰਨ ਲਈ ਉਹਨਾਂ ਨੇ ਕਸਮ ਖਾਧੀ ਸੀ ਕਿ ਅਗਰ ਮੈਂ ਇਹਨਾਂ ਨੂੰ ਆਜ਼ਾਦ ਨਾ ਕਰਾ ਸਕਿਆ, ਇਨਸਾਨੀ ਹੱਕ ਨਾ ਦੇ ਸਕਿਆ, ਮੈਂ ਆਪਣੇ ਆਪ ਨੂੰ ਗੋਲੀ ਮਾਰ ਲਵਾਂਗਾ। ਕੋਈ ਦੁਨੀਆ ਵਿੱਚ ਇਹੋ ਜਿਹਾ ਇਨਸਾਨ ਨਹੀਂ ਨਜ਼ਰ ਆ ਰਿਹਾ ਕਿ ਜਿਨ੍ਹਾਂ ਨੇ ਐਡੀ ਵੱਡੀ ਗੱਲ ਕਹਿ ਦਿੱਤੀ ਹੋਵੇ ਔਰ ਆਪਣੀ ਗੱਲ ਨੂੰ ਉਹਨਾਂ ਨੇ ਪੂਰਾ ਕੀਤਾ। ਕਈ ਵਾਰ ਇੰਗਲੈਂਡ ਨੂੰ ਕਈ ਸਾਥੀ ਪੜ੍ਹੇ ਲਿਖੇ ਆਫੀਸਰ ਜਾਂਦੇ ਆ, ਪ੍ਰੋਗਰਾਮ ਵਿੱਚ ਸਾਦੇ ਆ, ਉਹ ਵੀ ਇਹੋ ਹੀ ਗੱਲ ਕਹਿੰਦੇ ਆ ਕਿ ਅਗਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨਾ ਹੁੰਦੇ, ਅਸੀਂ ਜਿਹੜੇ ਅਹੁਦਿਆਂ 'ਤੇ ਪਹੁੰਚੇ ਆ, ਅਸੀਂ ਪਹੁੰਚ ਨਹੀਂ ਸੀ ਸਕਦੇ। ਆਪ ਸਾਰੇ ਜਾਣਦੇ ਆ। ਮੈਂ ਇਹੋ ਰਿਕੁਐਸਟ ਕਰੂੰਗਾ ਤੁਹਾਨੂੰ ਕਿ ਜਿਹੜੀ ਏਕਤਾ ਆ ਉਹ ਜ਼ਰੂਰ ਬਣਾਏ ਰੱਖੋ, ਕਿਉਂ ਏਕਤਾ ਨਹੀਂ ਹੋਣ ਕਰਕੇ ਜਿਹੜੇ ਅਧਿਕਾਰ ਉਹ ਲੈ ਕੇ ਗਏ ਹਾਲੇ ਤੱਕ ਅਸੀਂ ਪੂਰੇ ਨਹੀਂ ਲੈ ਸਕੇ। ਅਧਿਕਾਰ ਖਤਮ ਕਰ ਰਹੇ ਹੈ, ਕॉन्स्टिट्यूशन जो है ਉਹਨੂੰ ਖਤਮ ਕਰ ਰਹੇ ਹੈ। ਜੋ ਉਹ ਆਵਾਜ਼ਾਂ ਕੱਢ ਰਹੇ ਆ ਹਿੰਦੂ ਰਾਸ਼ਟਰ ਦੀਆਂ, ਜ਼ਰੂਰ ਹੋ ਸਕਦਾ ਹੈ ਕਿ ਉੱਥੋਂ ਤੱਕ ਪਹੁੰਚ ਜਾਣ, ਪਰ ਗੱਲ ਇਹ ਹੈ ਕਿ ਪਹੁੰਚਣ ਦੇਣਾ ਨਹੀਂ ਹੈ ਉੱਥੋਂ ਤੱਕ।
ਹਾਲਾਤ ਇਹੋ ਜਿਹੇ ਬਣਦੇ ਜਾ ਰਹੇ ਆ ਕਿ ਉੱਥੋਂ ਤੱਕ ਪਹੁੰਚਣ ਨਹੀਂ ਦੇਣਾ, ਆਪਣੇ ਵਿੱਚ ਗਟਸ ਪੈਦਾ ਕਰਨਾ। ਸੋ ਮੈਂ ਜਾਣਾ ਕਰਕੇ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਕਵਿਤਾ ਦੇ ਜ਼ਰੀਏ ਦਊਂਗਾ। ਅੰਬੇਡਕਰ ਇੱਕ ਕਿਤਾਬ ਮੈਂ ਲਿਖੀ ਹੈ, ਦੂਸਰੀ ਕਿਤਾਬ ਆ, ਜੇ ਲੈਣੀ ਹੋਵੇ ਤਾਂ ਆਪਣੇ ਰਮੇਸ਼ ਜੱਸਲ ਹੁਣਾਂ ਦੇ ਕੋਲੋਂ ਲੈ ਸਕਦੇ। ਕਵਿਤਾ ਦਾ ਹੈਡਿੰਗ ਆ ਅੰਬੇਡਕਰ। ਆਵਾਜ਼ ਉਹ ਨਹੀਂ ਰਹੀ, ਹੁਣ ਮੇਰੀ 82 ਸਾਲ ਦਾ ਆ, ਤਰੰਨੁਮ ਵਿੱਚ ਮੈਂ ਤਕਰੀਬਨ ਕਹਿੰਦਾ ਹੁੰਦਾ, ਮੈਂ ਕਹਿਣ ਦਾ ਯਤਨ ਕਰੂੰਗਾ। उठो जरा सोचो जरा, ओ कौन सी आलम पना, सदियाँ गुलामी तोड़ियाँ, कर दित्तियाँ ओने फना। बंदे नू बंदा समझना, ਇਹੋ ਸੀ ਹੁੰਦਾ ਗੁਨਾਹ। ਮਾਨਵ ਨੂੰ ਸਮਝਣ ਵਾਸਤੇ ਦਿੱਤਾ ਵਿਧਾਨ ਹੈ ਬਣਾ। ਹਰ ਗੱਲ ਜੋ ਸਮਾਜ ਦੇ ਨਿਰਪੱਖ ਹੋ ਕੇ ਪਰਖਿਆ, ਬੇਸੂਲੀਆਂ ਗੱਲਾਂ ਦੇ ਲਈ ਜਦ ਬੋਲਿਆ ਨਾ ਧੜਕਿਆ। ਮਾਂ ਭਾਰ ਦੇ ਲੁਟੇਰਿਆਂ, ਮਾਂ ਭਾਰ ਦੇ ਲੁਟੇਰਿਆਂ ਨੂੰ ਫੜਨ ਲਈ ਉਹ ਗੜਕਿਆ। ਸੱਚ ਬੋਲਿਆ ਤੇ ਤੋਲਿਆ, ਬੋਲੇ ਕੰਨਾਂ 'ਚ ਖੜਕਿਆ। ਸ਼ਾਹੀ ਲੁਟੇਰੇ ਮੁਲਕ ਦੇ ਅੰਬੇਡਕਰ ਨੇ ਜਾਣ ਲਏ। ਜਾਤੀ ਪ੍ਰਥਾ ਦੇ ਵਾਰਸਾਂ ਪਤਾਲ ਚੋਂ ਵੀ ਪਾਲ ਲਏ। ਅਗਿਆਨ ਦੇ ਹਨੇਰਿਆਂ, ਅਗਿਆਨ ਦੇ ਹਨੇਰਿਆਂ ਚ ਗਿਆਨ ਦੀਵੇ ਬਾਲ ਲਏ। ਮਨੁੱਖਤਾ ਵਿਰੋਧੀ ਰੌਲਿਆਂ ਸੱਚ ਨਾਲ ਸਾਰੇ ਟਾਲ ਲਏ। ਅੰਬੇਡਕਰ ਇਨਸਾਨ ਸੀ, ਭਾਰਤ ਦੇ ਲਈ ਸ਼ਾਨ ਸੀ। ਹੱਕਾਂ ਲਈ ਜੱਸੀ ਬੋਲਦਾ, ਦੁਖੀਆਂ ਦੇ ਲਈ ਮਹਾਨ ਸੀ। ਲੰਡਨ ਦੀ ਪਰਿਆ ਬੈਠਕਾਂ, ਲੰਡਨ ਦੀ ਪਰਿਆ ਬੈਠਕਾਂ ਵਿੱਚ ਬਣਿਆ ਉਹ ਤੂਫਾਨ ਸੀ। ਅਛੂਤਾਂ ਦੀ ਹਾਲਤ ਦੱਸ ਕੇ ਸਭ ਕੀਤੇ ਉਸ ਹੈਰਾਨ ਸੀ। ਬਣਤਰ ਬਣਾ ਕੇ ਦੇਸ਼ ਦੇ ਲੋਕਾਂ ਦੇ ਹੱਥੀਂ ਦੇ ਗਿਆ। ਜੀਣਾ ਤੇ ਮਰਨਾ ਦੱਸ ਕੇ ਨਾ ਜ਼ੁਲਮ ਸਹਿਣਾ ਕਹਿ ਗਿਆ। ਅੱਜ ਭੀਮ ਦੀ ਉਸ ਸੋਚ ਨੂੰ, ਅੱਜ ਭੀਮ ਦੀ ਉਸ ਸੋਚ ਨੂੰ ਪੂਰਾ ਕਰੋ ਜੋ ਰਹਿ ਗਿਆ। ਜੱਸਲ ਸਮਝ ਲੈ ਭੀਮ ਨੂੰ, ਅੱਖਾਂ ਮਿੱਟੀ ਕਿਉਂ ਬਹਿ ਗਿਆ, ਅੱਖਾਂ ਮਿੱਟੀ ਕਿਉਂ ਬਹਿ ਗਿਆ। ਥੈਂਕ ਯੂ ਵੈਰੀ ਮਚ। ਜੱਸਲ ਆਪਣੀ ਰਚਨਾ ਪੇਸ਼ ਕਰ ਰਹੇ ਸਨ। ਮੈਂ ਜੱਸਲ ਸਾਹਿਬ ਨੂੰ ਉਦੋਂ ਤੋਂ ਜਾਣਦਾ ਜਦੋਂ ਹਾਲੇ ਇਹ 19-20 ਸਾਲ ਦੇ ਨੌਜਵਾਨ ਸਨ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਹਾਂ, ਅੰਬੇਡਕਰ ਭਵਨ ਟਰੱਸਟ ਵੱਲੋਂ ਜੱਸਲ ਸਾਹਿਬ ਦਾ ਸਨਮਾਨ ਕੀਤਾ ਜਾਣਾ। ਮੈਂ ਬੇਨਤੀ ਕਰਦਾ ਚੇਅਰਮੈਨ ਸਾਹਿਬ ਨੂੰ
ਤੇ ਬਾਕੀ ਜਿਹੜੇ ਸਾਥੀ ਉੱਪਰ ਬੈਠੇ ਆ ਉਹਨਾਂ ਦਾ ਸਨਮਾਨ ਕਰਨ। ਇਹਨਾਂ ਨੇ ਅਸਲ ਮਾਇਨਿਆਂ ਦੇ ਵਿੱਚ ਉਸ ਸਮੇਂ ਯੂਕੇ ਦੇ ਵਿੱਚ ਅੰਬੇਡਕਰ ਮਿਸ਼ਨ ਦੀ ਗੱਲ ਕੀਤੀ ਜਦੋਂ ਬਹੁਤ ਜ਼ਬਰਦਸਤ ਵਿਰੋਧ ਹੋ ਰਿਹਾ ਸੀ। ਡਾਕਟਰ BR ਅੰਬੇਡਕਰ ਮੈਮੋਰੀਅਲ ਕਮੇਟੀ ਵੁਲਹੈਂਟਨ ਤੇ ਉਸ ਦੇ ਫਾਊਂਡਰਸ ਦੇ ਵਿੱਚੋਂ ਹਨ ਮੇਹਰ ਚੰਦ ਜੱਸਲ ਜੀ। ਮੈਨੂੰ ਉਹ ਵੀ ਸਮਾਂ ਯਾਦ ਜਦੋਂ 1970 ਦੇ ਲਾਗੇ ਚਾਗੇ ਇਹਨਾਂ ਨੇ ਲੰਡਨ ਸਕੂਲ ਆਫ ਇਕਨੋਮਿਕਸ ਵਿੱਚ ਜਿੱਥੇ ਬਾਬਾ ਸਾਹਿਬ ਪੜ੍ਹੇ ਸਨ ਉੱਥੇ ਬਾਬਾ ਸਾਹਿਬ ਦਾ ਪੋਰਟਰੇਟ ਪਹਿਲੀ ਵਾਰ ਲਗਾਇਆ ਸੀ। ਉਹ ਮੁਸ਼ਕਲ ਬੜਾ ਹੈ, ਹੁਣ ਆਪਾਂ ਨੂੰ ਇੱਦਾਂ ਲੱਗਦਾ ਨਹੀਂ ਹੈਗਾ, ਕਿਉਂਕਿ ਕਿਸੇ ਯੂਨੀਵਰਸਿਟੀ ਦੇ ਵਿੱਚ ਜਾ ਕੇ ਉਹਨਾਂ ਨੂੰ ਕਾਇਲ ਕਰਨਾ, ਉਹਨਾਂ ਨੂੰ ਦੱਸਣਾ। ਜੱਸਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਮੈਂ ਬੇਨਤੀ ਕਰਾਂਗਾ, ਸਾਡਾ ਥੋੜ੍ਹਾ ਜਿਹਾ ਪ੍ਰੋਗਰਾਮ ਜਿਹੜਾ ਜਿਸ ਹਿਸਾਬ ਨਾਲ ਅਸੀਂ ਮਿੰਟਸ ਤਿਆਰ ਕਰੀ ਦੇ ਪੂਰੇ ਉਹਦੇ ਮੁਤਾਬਕ ਸੋ ਹਸਲ ਬਸਲ ਹੋ ਗਿਆ। ਮੈਂ ਹੁਣ ਬੇਨਤੀ ਕਰਾਂਗਾ ਜਿਨ੍ਹਾਂ ਨੂੰ ਅਸੀਂ ਕਹਿ ਕੇ ਭਾਸ਼ਣ ਦੇ ਲਈ ਤਿਆਰ ਕਰਵਾਇਆ ਸੀਗਾ, ਐਡਵੋਕੇਟ ਸ਼੍ਰੀ ਪਰਮਿੰਦਰ ਸਿੰਘ ਖੁੱਤਨ ਸਾਹਿਬ, ਤੁਸੀਂ ਵੀ ਥੋੜ੍ਹਾ ਜਿਹਾ ਸਮੇਂ ਦੇ ਮੁਤਾਬਕ ਬਰੀਫ ਕਰਨਾ ਹੈ। ਮੈਨੂੰ ਪਤਾ ਅਸੀਂ ਤੁਹਾਨੂੰ ਵਾਰ-ਵਾਰ ਕਿਹਾ ਸੀ ਵੀ ਤੁਸੀਂ ਭਾਸ਼ਣ ਤਿਆਰ ਕਰੋ। ਥੈਂਕ ਯੂ ਵੈਰੀ ਮਚ ਜੀ ਸੀ ਕੌਲ ਸਾਹਿਬ। ਸਮੇਂ ਦਾ ਮੈਂ ਪੂਰਾ ਧਿਆਨ ਰੱਖਾਂਗਾ ਔਰ ਕੋਸ਼ਿਸ਼ ਕਰਾਂਗਾ ਕਿ ਬਹੁਤ ਥੋੜ੍ਹੇ ਸਮੇਂ ਵਿੱਚ ਵੱਧ ਤੋਂ ਵੱਧ ਕਹਿ ਸਕਾਂ। ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਜੈ ਭੀਮ ਜੈ ਭਾਰਤ। ਅੱਜ ਅਸੀਂ ਇੱਥੇ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਦੇ 67ਵੇਂ ਪ੍ਰੀ ਨਿਰਵਾਣ ਦਿਵਸ 'ਤੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ ਆ ਅਤੇ ਅਸੀਂ ਉਹਨਾਂ ਦੀ ਦੇਸ਼ ਪ੍ਰਤੀ ਸੇਵਾ, ਸੰਘਰਸ਼ ਅਤੇ ਸਮਾਜ ਨੂੰ ਦਿੱਤੇ ਹੋਏ ਯੋਗਦਾਨ ਨੂੰ ਯਾਦ ਕਰ ਰਹੇ ਹਾਂ। ਸਾਥੀਓ, ਇੱਕ ਗੱਲ ਮੈਂ ਮਹਿਸੂਸ ਕਰਦਾ ਹਾਂ, ਤੁਸੀਂ ਸਾਰਿਆਂ ਨੇ ਮਹਿਸੂਸ ਕੀਤੀ ਹੋਣੀ ਆ ਕਿ ਅੱਜ ਦੇ ਸ਼ਰਧਾਂਜਲੀ ਸਮਾਰੋਹ ਨੂੰ ਮਨਾਉਣ ਵਾਲੇ ਜ਼ਿਆਦਾਤਰ SC ST ਵਰਗ ਦੇ, ਦਲਿਤ ਵਰਗ ਦੇ ਹੀ ਲੋਕ ਹਨ, ਜਦ ਕਿ ਬਾਬਾ ਸਾਹਿਬ ਨੇ ਆਪਣੇ ਪੂਰੇ ਜੀਵਨ ਦੇ ਵਿੱਚ ਸਮਾਜ ਦੇ ਹਰ ਵਰਗ, ਹਰ ਧਰਮ ਦੇ ਲੋਕਾਂ ਲਈ ਕੰਮ ਕੀਤਾ। ਅਸੀਂ ਉਹਨਾਂ ਨੂੰ ਯਾਦ ਰੱਖਿਆ, ਪਰ ਬਾਕੀ ਸਮਾਜ ਦੇ ਦੂਜੇ ਵਰਗਾਂ ਦੇ ਲੋਕ ਉਹਨਾਂ ਨੂੰ ਸ਼ਾਇਦ ਭੁੱਲ ਗਏ ਆ। ਇਹ ਗੱਲ ਮੈਂ ਅੱਜ ਮਹਿਸੂਸ ਕੀਤੀ। ਮੈਂ ਅੱਜ ਆਪਣੇ ਇਸ ਸਪੀਚ ਦੇ ਵਿੱਚ ਕੁਝ ਗੱਲਾਂ ਦਾ ਜ਼ਿਕਰ ਕਰਾਂਗਾ ਜਿਹਨਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਉਹਨਾਂ ਨੇ ਸਾਰਿਆਂ ਲਈ ਕੰਮ ਕੀਤਾ ਸੀ ਅਤੇ ਅਸੀਂ ਇੱਥੋਂ ਜਾ ਕੇ ਇਹ ਗੱਲ ਬਾਕੀਆਂ ਨੂੰ ਵੀ ਦੱਸਿਆ ਕਿ ਉਹਨਾਂ ਨੇ ਤੁਹਾਡੇ ਲਈ ਕੀ ਕੀਤਾ। ਅਸੀਂ ਉਹਨਾਂ ਨੂੰ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਕਹਿੰਦੇ ਹਾਂ। ਸੰਵਿਧਾਨ ਦੇ ਵਿੱਚ ਜਿਹੜਾ ਆਰਟੀਕਲ 14 ਹੈ, ਇਕੁਅਲਿਟੀ ਬਿਫੋਰ ਲਾਅ ਦੀ ਗੱਲ ਕਰਦਾ ਹੈ। ਉਹਨਾਂ ਨੇ ਇਹ ਹੱਕ ਦਿੱਤਾ ਕਿ ਹਰ ਇੱਕ ਬੰਦਾ ਜਿਹੜਾ ਹੈਗਾ ਕਾਨੂੰਨ ਦੇ ਸਾਹਮਣੇ ਸਮਾਨ ਹੈ ਅਤੇ ਉਸ ਨੂੰ ਕਾਨੂੰਨ ਦੀ ਸੁਰੱਖਿਆ ਹਾਸਲ ਹੈ। ਆਰਟੀਕਲ 15 ਦੇ ਵਿੱਚ ਉਹਨਾਂ ਨੇ ਡਿਸਕ੍ਰਿਮੀਨੇਸ਼ਨ ਦੀ ਗੱਲ ਕੀਤੀ ਕਿ ਕਿਸੇ ਵੀ ਬੰਦੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਹੋਏਗਾ, ਨਾ ਹੀ ਧਰਮ ਦੇ ਆਧਾਰ 'ਤੇ, ਲਿੰਗ ਦੇ ਆਧਾਰ 'ਤੇ, ਭਾਸ਼ਾ ਦੇ ਆਧਾਰ 'ਤੇ। ਉਹਨਾਂ ਨੇ ਸਾਰਿਆਂ ਨੂੰ ਬਰਾਬਰੀ ਦੇ ਹੱਕ ਦਿੱਤੇ। ਆਰਟੀਕਲ 23 ਦੀ ਜਦੋਂ ਮੈਂ ਗੱਲ ਕਰਦਾ ਤਾਂ ਉਹਨਾਂ ਨੇ ਇਨਸਾਨਾਂ ਤੋਂ ਬਗਾਰ ਜਿਹੜੀ ਲਈ ਜਾਂਦੀ ਸੀ, ਫ੍ਰੀ ਮਜ਼ਦੂਰੀ, ਉਹਨੂੰ ਖਤਮ ਵੀ ਕੀਤੀ। ਮੈਂ ਬੜਾ ਬਰੀਫ ਹੋਵਾਂਗਾ। ਇੱਥੇ ਔਰਤਾਂ ਦੇ ਹੱਕਾਂ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਤਾਂ ਮੈਂ ਕਹਿੰਦਾ ਕਿ ਬਾਬਾ ਸਾਹਿਬ ਨੇ ਔਰਤਾਂ ਦੇ ਲਈ ਜੋ ਕੀਤਾ, ਆਜ਼ਾਦੀ ਤੋਂ ਬਾਅਦ 6 ਮਹੀਨੇ ਦੀ ਮੈਟਰਨਿਟੀ ਲੀਵ ਦਾ ਅਧਿਕਾਰ ਔਰਤਾਂ ਨੂੰ ਬਾਬਾ ਸਾਹਿਬ ਨੇ ਲੈ ਕੇ ਦਿੱਤਾ, ਜਿਹੜੀ ਅੱਜ ਵੀ ਚੱਲ ਰਹੀ ਹੈ। ਜਦੋਂ ਬਾਬਾ ਸਾਹਿਬ ਦਾ ਸਾਡੇ ਦੇਸ਼ ਦੇ ਪਹਿਲੇ ਕਾਨੂੰਨ ਔਰ ਨਿਆਂ ਮੰਤਰੀ ਰਹੇ ਆ ਬਾਬਾ ਸਾਹਿਬ, ਉਸ ਸਮੇਂ ਕੋਲੇ ਦੀ ਖਾਣਾਂ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਔਰਤਾਂ ਦੀ ਬੜੀ ਤਰਸਯੋਗ ਹਾਲਤ ਸੀ। ਬਾਬਾ ਸਾਹਿਬ ਨੇ ਉਹਨਾਂ ਦੇ ਲਈ ਵੂਮਨ ਲੇਬਰ ਵੈਲਫੇਅਰ ਫੰਡ ਬਣਾਇਆ ਅਤੇ ਲੇਬਰ ਪ੍ਰੋਟੈਕਸ਼ਨ ਐਕਟ ਬਣਾ ਕੇ ਉਹਨਾਂ ਦੇ ਅਧਿਕਾਰਾਂ ਦੀ ਰੱਖਿਆ ਕੀਤੀ। ਅੱਜ ਤੁਸੀਂ ਦਫ਼ਤਰਾਂ ਵਿੱਚ ਦੇਖਦੇ ਹੋ ਕਿ ਕੰਮ ਦੇ 8 ਘੰਟੇ ਆ, 9 ਤੋਂ 5। ਬੈਂਕਾਂ ਵਿੱਚ ਵੀ ਦੇਖਦੇ ਹੋ, ਮੈਂ LIC ਵਿੱਚ ਜੋਬ ਕਰਦਾ ਹਾਂ, ਵਿਕਾਸ ਅਧਿਕਾਰੀ ਹਾਂ, ਟਾਈਮ ਉੱਥੇ 10 ਤੋਂ 5:30 ਹੈ, ਬੈਂਕਾਂ ਵਿੱਚ 10 ਤੋਂ 5 ਹੈ। ਪਹਿਲਾਂ 14 ਘੰਟੇ ਮਜ਼ਦੂਰੀ ਲਈ ਜਾਂਦੇ ਸੀ। ਬਾਬਾ ਸਾਹਿਬ ਨੇ ਕੰਮ ਦੇ ਘੰਟੇ 14 ਤੋਂ ਘਟਾ ਕੇ 8 ਘੰਟੇ ਕੀਤੇ। ਇੱਕ
ਹਿੰਦੂ ਕੋਡ ਬਿੱਲ ਤੁਸੀਂ ਸੁਣਿਆ ਹੋਣਾ ਹੈ। ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਦੇ ਤੌਰ ਤੇ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਹਿੰਦੂ ਕੋਡ ਬਿੱਲ ਪੇਸ਼ ਕੀਤਾ। ਉਸ ਦੇ ਵਿੱਚ ਔਰਤਾਂ ਨੂੰ ਜਾਇਦਾਦ ਦੇ ਵਿੱਚ ਬਰਾਬਰੀ ਦੇ ਹੱਕ ਦਿੱਤੇ ਤੇ ਬੇਟੀ ਨੂੰ ਵੀ ਬੇਟੇ ਦੇ ਬਰਾਬਰ ਮੰਨਿਆ ਗਿਆ ਕਿ ਕਿਹਾ ਗਿਆ ਵੀ ਇਹਨੂੰ ਵੀ ਜੋ ਬੇਟੇ ਨੂੰ ਹੱਕ ਹਾਸਲ ਹੈ ਇਹ ਬੇਟੀ ਨੂੰ ਵੀ ਇਹ ਹਾਸਲ ਦਿੱਤੇ ਜਾਣ। ਨੌਜਵਾਨਾਂ ਦੀ ਜਦੋਂ ਮੈਂ ਗੱਲ ਕਰਦਾ ਤਾਂ ਤੁਹਾਨੂੰ ਪਤਾ ਹੈ ਰੋਜ਼ਗਾਰ ਦਫ਼ਤਰ ਜਿਹੜੇ ਇੰਪਲਾਇਮੈਂਟ ਐਕਸਚੇਂਜ ਜਿਹੜੀਆਂ ਆਲ ਓਵਰ ਇੰਡੀਆ ਦੇ ਵਿੱਚ ਹਰ ਜ਼ਿਲ੍ਹੇ 'ਚ ਬਣਾਈ ਜਾਂਦੀ ਹਨ, ਲਿਆਉਣ ਵਾਲਾ ਬਾਬਾ ਸਾਹਿਬ ਬੀ ਆਰ ਅੰਬੇਦਕਰ ਹੀ ਸੀ। ਉਹਨਾਂ ਨੇ ਰੋਜ਼ਗਾਰ ਦਫ਼ਤਰ ਦੀ ਸਥਾਪਨਾ ਕੀਤੀ। ਨੈਸ਼ਨਲ ਇੰਪਲਾਇਮੈਂਟ ਏਜੰਸੀ ਦੀ ਸਥਾਪਨਾ ਬਾਬਾ ਸਾਹਿਬ ਨੇ ਕੀਤੀ। ESI ਦਾ ਨਾਮ ਤੁਸੀਂ ਸੁਣਿਆ ਹੋਣਾ ਹੈ, ਇੰਪਲਾਈਡ ਸਟੇਟ ਇੰਸ਼ੋਰੈਂਸ। ਇਹਨੂੰ ਲਿਆਉਣ ਵਾਲੇ ਵੀ ਬਾਬਾ ਸਾਹਿਬ ਸੀ, ਜਿਹਦੇ ਵਿੱਚ ਮੁਲਾਜ਼ਮਾਂ ਦੀ ਮੈਡੀਕਲ ਕੇਅਰ, ਮੈਡੀਕਲ ਲੀਵ, ਮੈਡੀਕਲ ਇੰਸ਼ੋਰੈਂਸ ਦਾ ਉਹਨਾਂ ਨੇ ਉੱਚ ਕੀਤਾ, ਲੈ ਕੇ ਆਏ, ਸਹੂਲਤ ਦਿੱਤੀ। ਅਤੇ ਨਾਲ ਹੀ ਉਹਨਾਂ ਨੇ ਮੁਲਾਜ਼ਮਾਂ ਨੂੰ DA ਉਹਨਾਂ ਦੀ ਜਿਹੜੀ ਪੇ ਰਿਵੀਜ਼ਨ ਹੁੰਦੀ ਹੈ ਇਹਦੇ ਵੀ ਉਹਨਾਂ ਨੂੰ ਹੱਕ ਜਿਹੜੇ ਹੈਗੇ ਉਹਦੇ ਰਾਹੀਂ ਦਿੱਤੇ। ਉਹਨਾਂ ਨੇ MP ਸਾਹਿਬ ਜਦੋਂ ਇੱਥੇ ਆਏ ਉਹਨਾਂ ਨੇ ਗੱਲ ਕੀਤੀ ਕਿ ਬਾਬਾ ਸਾਹਿਬ ਨੇ ਹਾਈਡਰੋ ਪਾਵਰ ਪ੍ਰੋਜੈਕਟ ਦੇ ਵਿੱਚ ਵੀ ਕੰਮ ਕੀਤਾ। ਬਾਬਾ ਸਾਹਿਬ ਦੇ ਕੋਲ ਲੇਬਰ ਡਿਪਾਰਟਮੈਂਟ ਵੀ ਸੀਗਾ। ਉਹਨਾਂ ਨੇ ਸੈਂਟਰਲ ਟੈਕਨੀਕਲ ਪਾਵਰ ਬੋਰਡ ਬਣਾਇਆ, ਜਿਹਦੇ ਵਿੱਚ ਉਹਨਾਂ ਨੇ ਦੇਖਿਆ ਕਿ ਅਸੀਂ ਪਾਣੀ ਤੋਂ ਬਿਜਲੀ ਕਿੱਦਾਂ ਬਣਾ ਸਕਦੇ ਹਾਂ ਅਤੇ ਉਹਦੇ ਸਰੋਤ ਔਰ ਸਾਧਨ ਲੱਭੇ। ਅਤੇ ਬਹੁਤ ਸਾਰੇ ਬਿਜਲੀ ਨਾਲ ਸੰਬੰਧਿਤ ਉਹਨਾਂ ਨੇ ਉਹ ਕੰਮ ਜਿਹੜੇ ਹੈਗੇ ਕੀਤੇ ਅਤੇ ਭਾਰਤ ਦੀ ਸਿੰਚਾਈ ਯੋਜਨਾਵਾਂ ਨੂੰ ਬਣਾਇਆ। ਉਦਾਹਰਨ ਦਿੰਦਾ ਮੈਂ 1945 ਵਿੱਚ ਮਹਾਨਦੀ ਦੇ ਉੱਪਰ ਜਿਹੜਾ ਹੀਰਾਕੁੰਡ ਬੰਦ ਬਣਾਇਆ ਗਿਆ ਅਤੇ ਇੱਕ ਦਮੋਦਰ ਯੋਜਨਾ ਜਿਹੜੀ ਹੈਗੀ ਆ ਇਹਦੀ ਪਲੈਨਿੰਗ ਕਰਨ ਵਾਲੇ ਵੀ ਬਾਬਾ ਸਾਹਿਬ ਬੀ ਆਰ ਅੰਬੇਦਕਰ ਹੀ ਸੀ। ਔਰ ਬੈਂਕਾਂ ਦਾ ਬੈਂਕ ਰਿਜ਼ਰਵ ਬੈਂਕ ਆਫ ਇੰਡੀਆ ਇਹਨੂੰ ਲਿਆਉਣ ਦਾ ਸਿਰਾ ਜਿਹੜਾ ਹੈਗਾ ਬਾਬਾ ਸਾਹਿਬ ਬੀ ਆਰ ਅੰਬੇਦਕਰ ਦੇ ਸਿਰ 'ਤੇ ਹੀ ਹੈ। ਉਹਨਾਂ ਦੀ ਇੱਕ ਬੜੀ ਫੇਮਸ ਬੁੱਕ ਸੀ ਬਾਬਾ ਸਾਹਿਬ ਦੀ, ਦ ਪ੍ਰੋਬਲਮ ਆਫ ਇੰਡੀਅਨ ਰੁਪੀ, ਇਟਸ ਓਰੀਜਨ ਐਂਡ ਇਟਸ ਪ੍ਰੋਬਲਮ। ਜਿਹੜਾ ਇਹਦਾ ਥੀਸਿਸ ਸੀ, ਇਹ ਥੀਸਿਸ ਜਿਹੜਾ ਹੈਗਾ ਹੈਲਟਨ ਯੰਗ ਕਮਿਸ਼ਨ ਅੱਗੇ ਪੇਸ਼ ਕੀਤਾ ਗਿਆ। ਉਹ ਥੀਸਿਸ ਦੀ ਰਿਪੋਰਟ ਦਾ ਆਧਾਰ RBI ਦੀ ਸਥਾਪਨਾ ਦੇ ਵਿੱਚ ਬਣਿਆ ਅਤੇ RBI ਐਕਟ 1934 ਜਦੋਂ ਇਹ ਪਾਸ ਹੋਇਆ, ਉਸ ਤੋਂ ਬਾਅਦ 1 ਅਪ੍ਰੈਲ 1935 ਨੂੰ ਰਿਜ਼ਰਵ ਬੈਂਕ ਆਫ ਇੰਡੀਆ ਦੀ ਸਥਾਪਨਾ ਹੋਈ ਅਤੇ ਬਾਬਾ ਸਾਹਿਬ ਨੂੰ ਹੀ ਸਿਹਰਾ ਜਾਂਦਾ ਹੈ ਕਿ ਉਹਨਾਂ ਨੇ ਭਾਰਤ ਦੇ ਵਿੱਚ RBI ਦੀ ਸਥਾਪਨਾ ਕੀਤੀ। ਬਹੁਤ ਸਾਰੇ ਕੰਮ ਬਾਬਾ ਸਾਹਿਬ ਦੀ, ਜੇ ਮੈਂ ਇੱਥੇ ਗੱਲ ਕਰਾਂ ਤਾਂ 2 ਦਿਨ ਵੀ ਘੱਟ ਨੇ। ਮੈਂ ਸਮੇਂ ਨੂੰ ਧਿਆਨ 'ਚ ਰੱਖਦਾ ਹੋਇਆ ਸਿਰਫ ਇੰਨੇ ਕਹਾਂਗਾ ਕਿ ਸਾਡੀ ਸੱਚੀ ਸ਼ਰਧਾਂਜਲੀ ਇਹ ਹੋਏਗੀ ਕਿ ਬਾਬਾ ਸਾਹਿਬ ਦੇ ਅਧੂਰੇ ਰਹਿ ਚੁੱਕੇ ਕੰਮਾਂ ਨੂੰ ਅਸੀਂ ਪੂਰਾ ਕਰੀਏ, ਜੋ ਉਹਨਾਂ ਦਾ ਮਿਸ਼ਨ ਸੀ ਅਸੀਂ ਉਹਨੂੰ ਸਮਝੀਏ ਅਤੇ ਉਹਦੇ ਮੁਤਾਬਿਕ ਚੱਲੀਏ। ਇੱਕ ਵਾਰ ਫਿਰ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਆਪ ਸਾਰਿਆਂ ਨੂੰ ਜੈ ਭੀਮ, ਜੈ ਭਾਰਤ। ਥੈਂਕ ਯੂ। ਇਹਨਾਂ ਨੇ ਐਡਵੋਕੇਟ ਸਾਹਿਬ ਨੇ, ਪਰਮਿੰਦਰ ਸਿੰਘ ਉਹਨਾਂ ਨੇ ਬਹੁਤ ਧਿਆਨ 'ਚ ਰੱਖਿਆ। ਇਸ ਤੋਂ ਪਹਿਲਾਂ ਕਿ ਮੈਂ ਬੇਨਤੀ ਕਰਾਂ ਸਾਡੇ ਮੁੱਖ ਬੁਲਾਰਿਆਂ ਦੇ ਵਿੱਚੋਂ ਇੱਕ ਸ਼੍ਰੀ ਜਸਵਿੰਦਰ ਵਰਿਆਣਾ ਜੀ ਨੂੰ, ਮੈਂ ਆਪਣੇ ਸਾਥੀ ਟਰਸਟੀ ਸ਼੍ਰੀ CD ਸੰਧੂ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਸਟੇਜ ਦੇ ਉੱਪਰ ਆਉਣ। ਉਹਨਾਂ ਨੇ ਕੋਈ ਜਾਣਕਾਰੀਆਂ ਦੇਣੀਆਂ ਹਨ। ਸ਼੍ਰੀ CD ਸੰਧੂ ਸਾਹਿਬ। ਬਹੁਤ ਬਹੁਤ ਧੰਨਵਾਦ ਕੌਲ ਸਾਹਿਬ। ਕੁਛ ਸਾਡੇ ਸਹਿਯੋਗੀ ਸਾਥੀ ਨੇ ਜਿਹੜੇ ਹਮੇਸ਼ਾ ਹੀ ਅੰਬੇਡਕਰ ਭਵਨ ਟਰਸਟ ਨੂੰ ਆਪਣੀ ਨੇਕ ਕਮਾਈ ਦੇ ਵਿੱਚੋਂ ਕੁਛ ਤਿਲ ਫੁੱਲ ਸਾਨੂੰ ਦਾਨ ਕਰਦੇ ਨੇ ਅਤੇ ਉਹਨਾਂ ਦੇ ਸਹਿਯੋਗ ਤੋਂ ਬਿਨਾਂ ਇਹ ਜਿਹੜੇ ਪ੍ਰੋਗਰਾਮ ਆ ਜਾਂ ਸਾਡੀ ਜਿਹੜੀ ਉਸਾਰੀ ਦੇ ਕੰਮ ਨੇ ਉਹ ਨੇਪਰੇ ਨਹੀਂ ਚੜ੍ਹ ਸਕਦੇ। ਤਾਂ ਉਹਨਾਂ ਸਾਰੇ ਸਾਥੀਆਂ ਦਾ ਮੈਨੂੰ ਹੁਕਮ ਹੋਇਆ ਕਿ ਤੁਸੀਂ ਜਿਹੜਾ ਇਨਾਮ ਆ ਉਹ ਅਨਾਉਂਸ ਕਰ ਦਿਓ। ਪਿਛਲੇ ਦਿਨੀ ਲੁਧਿਆਣਾ ਤੋਂ ਕਰਨਲ ਕਰਮ ਸਿੰਘ ਜੀ 10,000 ਰੁਪਈਆ ਸਾਨੂੰ ਅੰਬੇਡਕਰ ਭਵਨ ਟਰਸਟ ਨੂੰ ਦੇ ਗਏ। ਉਹਨਾਂ ਦਾ ਅਸੀਂ ਅੰਬੇਡਕਰ ਭਵਨ ਟਰਸਟ ਵੱਲੋਂ ਧੰਨਵਾਦ ਕਰਦੇ ਹਾਂ। ਜੈਸਮੀਨ ਆਨੰਦ ਬਾਲੀ ਉਹਨਾਂ ਦੀ ਬੇਟੀ, ਬਾਲੀ ਸਾਹਿਬ ਉਹਨਾਂ ਦੀ ਪੋਤੀ, ਉਹ ਵੀ ਪਿਛਲੇ ਦਿਨ ਹੀ ਆਏ ਸੀ, ਉਹ ਵੀ ਸਾਨੂੰ 2,000 ਰੁਪਈਆ ਦੇ ਗਏ। ਅਤੇ ਉਹਨਾਂ ਦੇ ਨਾਲ ਉਹਨਾਂ ਦੀ ਬੇਟੀ ਸੁਜਾਤਾ ਸੱਲਣ, ਵਾਈਫ ਆਫ ਮਹਿੰਦਰ ਸੱਲਣ, ਉਹ ਵੀ ਸਾਨੂੰ 2,000 ਰੁਪਈਆ ਦੇ ਗਏ। ਅਤੇ ਸਾਡੇ ਫਾਊਂਡਰ ਟਰਸਟੀ, ਸਾਡੇ ਸਾਰਿਆਂ ਦੇ ਪ੍ਰੇਰਨਾ ਸਰੋਤ ਲਾਹੌਰੀ ਰਾਮ ਬਾਲੀ ਜੀ, ਉਹਨਾਂ ਨੇ ਵੀ ਸਾਨੂੰ 1,000 ਰੁਪਈਆ ਦਿੱਤਾ ਹੈ। ਕਮਲ ਨੈਨ ਜੀ ਜਿਹੜੇ ਬੇਟੇ ਨੇ ਬਰਖਾ ਰਾਮ ਜੀ ਦੇ, ਜੋ ਸਾਡੇ ਖਜ਼ਾਨਤੀ ਹੁੰਦੇ ਸੀ ਟਰਸਟ ਦੇ, ਉਹਨਾਂ ਨੇ ਵੀ ਸਾਨੂੰ 2,000 ਰੁਪਈਆ ਦਿੱਤਾ ਹੈ। ਪ੍ਰੋਫੈਸਰ ਅਸ਼ਵਨੀ ਜੱਸਲ ਜੀ, ਡਾਕਟਰ ਬਾਬਾ ਸਾਹਿਬ ਅੰਬੇਡਕਰ ਗੌਰਮੈਂਟ ਕਾਲਜ ਬੂਟਾ ਮੰਡੀ, ਉਹ ਹਮੇਸ਼ਾ ਹੀ ਸਾਨੂੰ ਆਪਣੇ
ਇਹ ਨੇਕ ਕਮਾਈ ਦੇ ਵਿੱਚੋਂ ਤਿਲ ਫੁੱਲ ਦਾਨ ਕਰਦੇ ਨੇ, ਉਹਨਾਂ ਨੇ ਵੀ ਸਾਨੂੰ 500 ਰੁਪਏ ਦਿੱਤਾ ਹੈ। ਇਸੇ ਤਰ੍ਹਾਂ ਸਾਡੇ ਟਰਸਟ ਦੇ ਚੇਅਰਮੈਨ ਸ਼੍ਰੀਮਾਨ ਸੋਹਣ ਲਾਲ ਜੀ ਰਿਟਾਇਰਡ DPI, ਉਹਨਾਂ ਨੇ ਵੀ 1000 ਰੁਪਇਆ ਦਿੱਤਾ ਹੈ। ਡਾਕਟਰ ਰਵੀਕਾਂਤ ਪਾਲ ਜੀ ਸਨ ਆਫ RC ਪਾਲ ਐਡਵੋਕੇਟ, ਉਹਨਾਂ ਨੇ ਵੀ 2000 ਰੁਪਇਆ ਦਿੱਤਾ ਹੈ। ਮਦਨ ਲਾਲ ਜੀ ਚੀਫ ਮੈਨੇਜਰ ਰਿਟਾਇਰ, ਉਹਨਾਂ ਨੇ ਵੀ ਸਾਨੂੰ 1100 ਰੁਪਇਆ ਦਿੱਤਾ ਹੈ। ਗੁਰਦਰਸ਼ਨ ਸਿੰਘ ਬੰਗਾ, ਉਹਨਾਂ ਨੇ ਵੀ ਸਾਨੂੰ 500 ਰੁਪਇਆ ਦਿੱਤਾ ਹੈ। ਮੇਹਰ ਚੰਦ ਜੱਸਲ ਜੀ, ਜਿਨ੍ਹਾਂ ਨੂੰ ਅਸੀਂ ਇਸ ਮੰਚ ਵੱਲੋਂ ਆਨਰ ਵੀ ਕੀਤਾ, ਆਪਾਂ ਉਹਨਾਂ ਦੀ ਗੱਲ ਵੀ ਸੁਣੀ, ਉਹ ਵੀ ਸਾਨੂੰ 5000 ਰੁਪਇਆ ਦੇ ਗਏ ਨੇ। ਇਸੇ ਤਰ੍ਹਾਂ ਸਾਡੇ ਕਵੀ ਸਾਥੀ, ਸਾਡੇ ਸਤਿਕਾਰਯੋਗ ਦੋਸਤ ਪਰਮਦਾਸ ਹੀਰ ਜੀ, ਉਹਨਾਂ ਨੇ ਸਾਨੂੰ ਆਪਣੀ ਨੇਕ ਕਮਾਈ ਦੇ ਵਿੱਚੋਂ 200 ਰੁਪਏ ਦਿੱਤਾ ਹੈ। ਇਸੇ ਤਰ੍ਹਾਂ ਸੂਰਜ ਵਿਰਦੀ ਜੀ ਰਾਮਨਗਰ ਤੋਂ, ਉਹ ਹਮੇਸ਼ਾ ਹੀ, ਚਾਹੇ ਉਹ ਸੁਸਾਇਟੀ ਦਾ ਪ੍ਰੋਗਰਾਮ ਹੋਵੇ, ਚਾਹੇ ਉਹ ਟਰਸਟ ਦਾ ਪ੍ਰੋਗਰਾਮ ਹੋਵੇ, ਉਹ ਹਮੇਸ਼ਾ ਹੀ ਸਾਨੂੰ ਆਪਣੀ ਮਾਲੀ ਸਹਾਇਤਾ ਦਿੰਦੇ ਨੇ। ਉਹਨਾਂ ਨੂੰ ਵੀ ਸਾਨੂੰ ਇਸ ਵਾਰ 1000 ਰੁਪਇਆ ਦਿੱਤਾ ਹੈ। ਚਮਨ ਲਾਲ ਸਾਂਪਲਾ ਜੀ ਅਤੇ ਉਹਨਾਂ ਦੇ ਬ੍ਰਦਰ ਹਰਭਜਨ ਸਾਂਪਲਾ ਐਡਵੋਕੇਟ ਜੀ, ਉਹਨਾਂ ਨੇ ਵੀ ਸਾਨੂੰ 500 ਰੁਪਏ ਦਿੱਤਾ ਹੈ। ਅਤੇ ਸਾਡੇ ਇਹ ਟਰਸਟ ਦੇ ਟਰਸਟੀ ਸਾਡੇ ਡਾਕਟਰ ਤਰਸੇਮ ਸਾਗਰ ਜੀ, ਉਹਨਾਂ ਨੇ ਵੀ ਸਾਨੂੰ 1000 ਰੁਪਇਆ ਦਿੱਤਾ ਹੈ। ਚੰਦਨ ਜੀ, ਉਹਨਾਂ ਨੇ ਵੀ ਸਾਨੂੰ 500 ਰੁਪਏ ਦਿੱਤਾ ਹੈ। ਇਸੇ ਤਰ੍ਹਾਂ ਸੋਮਨਾਥ ਭਗਰਸੀਆ, ਉਹਨਾਂ ਨੇ ਸਾਨੂੰ 200 ਰੁਪਏ ਦਿੱਤਾ ਹੈ। ਤੋ ਇਸੇ ਤਰ੍ਹਾਂ ਸਾਡੇ ਟਰਸਟੀ, ਸਾਡੇ ਸੀਨੀਅਰ ਸਾਥੀ ਡਾਕਟਰ GC ਕੌਲ ਜੀ, ਉਹ ਵੀ ਸਾਡੇ ਟਰਸਟੀ ਨੇ, ਉਹਨਾਂ ਨੇ ਵੀ ਸਾਨੂੰ 1000 ਰੁਪਇਆ ਦਿੱਤਾ ਹੈ। ਤੋ ਅਸੀਂ ਇਹਨਾਂ ਸਾਰੇ ਸਾਥੀਆਂ ਦੇ ਅੰਬੇਡਕਰ ਭਵਨ ਟਰਸਟ ਵੱਲੋਂ ਧੰਨਵਾਦ ਕਰਦੇ ਹਾਂ, ਅਤੇ ਇਸ ਗੱਲ ਦੀ ਵੀ ਕਾਮਨਾ ਕਰਦੇ ਹਾਂ ਕਿ ਉਹ ਇਸੇ ਤਰ੍ਹਾਂ ਆਪਣਾ ਜਿਹੜਾ ਸਹਿਯੋਗ ਆ ਉਹ ਬਣਾਈ ਰੱਖਣ। ਕਿ ਇਹ ਜਿਵੇਂ ਇਹ ਪਹਿਲਾਂ ਵੀ ਮੰਚ ਤੋਂ ਦੱਸਿਆ ਗਿਆ ਕਿ ਇਹ ਜਿਹੜਾ ਹਾਲ ਆ ਉਹ ਵੀ ਸਾਡੇ ਉਸਾਰੀ ਅਧੀਨ ਹੈ। ਤਾਂ ਹੋਰ ਵੀ ਜੇ ਕੋਈ ਸਾਥੀ ਇਹ ਸਾਡੀ ਸਹਾਇਤਾ ਕਰਨੀ ਚਾਹੁੰਦਾ ਤਾਂ ਉਹਦੇ ਲਈ ਵੀ ਅਸੀਂ ਉਹਦੇ ਸ਼ੁਕਰਗੁਜ਼ਾਰ ਹੋਵਾਂਗੇ। ਅਤੇ ਕੁਛ ਨਾਮ ਨੇ ਜਿਨ੍ਹਾਂ ਦਾ ਮੈਂ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਨਾ ਚਾਹਾਂਗਾ। ਇਹ ਹਰੀਦਾਸ ਆਮਲੇ, ਸ਼ੰਕਰ ਨਵਖੜੇ, ਅਰਬੁਦ ਕੁਮਾਰ ਔਰ ਉਹਨਾਂ ਦੇ ਸਾਥੀ, ਇਹ ਸਾਡੇ ਸਾਥੀ ਕਾਜੀ ਮੰਡੀ ਤੋਂ ਹਮੇਸ਼ਾ ਹੀ ਸਾਡੇ ਪ੍ਰੋਗਰਾਮ ਦੇ ਵਿੱਚ ਆਉਂਦੇ ਨੇ। ਇਸੇ ਤਰ੍ਹਾਂ ਡਾਕਟਰ ਸਤਪਾਲ ਅਤੇ ਡਾਕਟਰ SP ਸਿੰਘ, ਡਾਕਟਰ ਸੁਰਿੰਦਰ ਕੁਮਾਰ ਜੀ, ਇਹ ਸੱਚ ਫਾਊਂਡੇਸ਼ਨ ਹੁਸ਼ਿਆਰਪੁਰ ਤੋਂ ਇਹ ਸਾਡੇ ਵਿੱਚ ਆਏ ਨੇ। ਅਤੇ ਡਾਕਟਰ ਰਵੀਕਾਂਤ ਪਾਲ ਜੀ, ਮਾਸਟਰ ਚਮਨ ਲਾਲ ਜੀ, ਮਦਨ ਲਾਲ ਚੀਫ ਮੈਨੇਜਰ, ਮਨੋਹਰ ਲਾਲ ਇੰਸਪੈਕਟਰ, ਬੀਬੀ ਮਹਿੰਦਰ ਕੌਰ ਰੱਤੂ ਜੀ, ਰਜੇਸ਼ ਫਿਰਦੀ ਰਾਮਨਗਰ ਤੋਂ, ਮਲਕੀਤ ਸਿੰਘ ਬੈਂਕ ਮੈਨੇਜਰ, ਸੇਵਾ ਸਿੰਘ ਬੈਂਕ ਮੈਨੇਜਰ, ਹਰੀ ਸਿੰਘ ਕਪੂਰਥਲਾ ਤੋਂ, ਰਾਮ ਲਾਲ ਦਾਸ, ਸੂਰਜ ਵਿਰਦੀ ਜੀ, ਅਤੇ ਡਾਕਟਰ SL ਵਿਰਦੀ ਜੀ ਅਤੇ ਉਹਨਾਂ ਦੇ ਮੈਡਮ ਬੰਸੋ ਵਿਰਦੀ ਜੀ, ਸ਼੍ਰੀਮਾਨ ਸੋਹਣ ਲਾਲ ਸਹਿਜਲ ਜੀ, ਜੋ ਸਾਡੇ ਸਮਾਜ ਦੇ ਸਿਰਕੱਢ ਕਵੀ ਨੇ ਅਤੇ ਸਾਨੂੰ ਮਾਣ ਹੈ ਉਹਨਾਂ ਦਾ ਕਿ ਉਹ ਸਾਡੇ ਵਿੱਚ ਬਿਰਾਜਮਾਨ ਨੇ। ਇਸੇ ਤਰ੍ਹਾਂ ਪਰਮਦਾਸ ਹੀਰ ਜੀ, ਉਹ ਵੀ ਸਾਡੇ ਸਮਾਜ ਦੇ ਸਿਰਕੱਢ ਕਵੀ ਨੇ। ਇਸੇ ਤਰ੍ਹਾਂ ਪ੍ਰੋਫੈਸਰ ਬਲਵੀਰ ਜੀ, ਜੋ ਡਿਪਾਰਟਮੈਂਟ ਦੇ ਹੈੱਡ ਨੇ ਦੁਆਬਾ ਕਾਲਜ ਤੋਂ, ਉਹਨਾਂ ਦੇ ਨਾਲ ਡਾਕਟਰ ਰਾਮ ਰਤਨ ਜੇਤੇਵਾਲੀ ਤੋਂ, ਪ੍ਰਧਾਨ ਅੰਬੇਡਕਰ ਨੌਜਵਾਨ ਸਭਾ। ਇਹਨਾਂ ਸਾਥੀਆਂ ਦੇ ਉਪਰਾਲੇ ਦੇ ਨਾਲ ਇਸ ਪਿੰਡ ਦੇ ਵਿੱਚ ਡਾਕਟਰ ਬਾਬਾ ਸਾਹਿਬ ਅੰਬੇਡਕਰ ਦਾ ਜਿਹੜਾ ਸਟੈਚੂ ਆ ਉਹ ਪਿੰਡ ਦੇ ਮੁੱਖ ਜਿਹੜਾ ਚੌਂਕ ਉਹਦੇ ਵਿੱਚ ਸਥਾਪਿਤ ਹੋਇਆ। ਉਹਦੇ ਲਈ ਵੀ ਇਹਨਾਂ ਸਾਥੀਆਂ ਦੇ ਧੰਨਵਾਦੀ ਹਾਂ ਜਿਨ੍ਹਾਂ ਦੇ ਯਤਨ ਦੇ ਨਾਲ ਉਹ ਸਟੈਚੂ ਲੱਗਾ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ ਬਾਲੀ ਸਾਹਿਬ ਤੋਂ ਸਟੈਚੂ ਦਾ ਜਿਹੜਾ ਉਦਘਾਟਨ ਕਰਾਉਣ ਜਾ ਰਹੇ ਹਾਂ। ਤੋ ਇਸੇ ਤਰ੍ਹਾਂ ਇਹ ਮੈਡਮ ਮੰਜੂ ਜੀ, ਜੋ ਵਾਈਫ ਨੇ ਸਾਡੇ DPI ਸਾਹਿਬ ਦੇ, ਤਾਂ ਉਹਨਾਂ ਦੇ ਨਾਲ ਮੈਡਮ ਆਸ਼ਾ ਜੀ, ਇਹਨਾਂ ਸਾਰੇ ਸਾਥੀਆਂ ਦਾ, ਆਪਣੀਆਂ ਭੈਣਾਂ ਦਾ ਅਸੀਂ ਇਸ ਮੰਚ ਵੱਲੋਂ ਅਤੇ ਅੰਬੇਡਕਰ ਭਵਨ ਟਰਸਟ ਵੱਲੋਂ ਇਹ ਧੰਨਵਾਦ ਕਰਦੇ ਹਾਂ। ਤਾਂ ਜਿਨ੍ਹਾਂ ਨੇ ਆਪਣੀ ਮਾਲੀ ਸਹਾਇਤਾ ਦੇ ਨਾਲ ਸਾਨੂੰ ਨਵਾਜਿਆ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਅਤੇ ਹੁਣ ਅਗਲੀ ਕਾਰਵਾਈ ਮੇਰੇ ਸਾਥੀ ਕੌਲ ਸਾਹਿਬ। ਧੰਨਵਾਦ ਸੰਧੂ ਸਾਹਿਬ। ਹੁਣ ਮੈਂ ਬੇਨਤੀ ਕਰਾਂਗਾ ਸ਼੍ਰੀ ਜਸਵਿੰਦਰ ਵਰਿਆਣਾ ਜੀ ਨੂੰ। ਬਿਲਕੁਲ ਸੀਮਤ ਸਮੇਂ ਦੇ ਵਿੱਚ ਹਾਜ਼ਰੀ ਲਾਉਣ ਵਾਲੀ ਗੱਲ ਹੈ। ਜਸਵਿੰਦਰ ਵਰਿਆਣਾ ਜੀ ਆਪਣੇ ਵਿਚਾਰ ਪੇਸ਼ ਕਰਨਗੇ, ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ। ਜਸਵਿੰਦਰ ਵਰਿਆਣਾ ਜੀ। ਮੈਂ ਇੱਕ ਨਾਮ ਲਿਖਿਆ ਸੀ ਪਰ ਮਿਸ ਕਰ ਗਿਆ। ਮੇਰੇ ਸਾਥੀ ਮਨੋਹਰ ਲਾਲ ਮਹੇਸ਼ ਜੀ ਬੂਟਾ ਮੰਡੀ ਤੋਂ, ਇਹ ਵੀ ਬੈਠੇ ਨੇ। ਇਹਨਾਂ ਦਾ ਵੀ ਅਸੀਂ ਇਸ ਮੰਚ ਵੱਲੋਂ ਸਵਾਗਤ ਕਰਦੇ ਹਾਂ, ਜੀਆਂ ਨੂੰ ਆਖਦੇ ਹਾਂ। ਇਹ ਵੀ ਸਾਡੇ ਪੁਰਾਣੇ ਸਾਥੀਆਂ 'ਚੋਂ ਇੱਕ ਨੇ, ਹਮੇਸ਼ਾ ਹੀ ਸਾਡੇ ਸਿਰ 'ਤੇ ਆਪਣਾ ਹੱਥ ਰੱਖਦੇ ਨੇ। ਉਹਨਾਂ ਦਾ ਵੀ ਧੰਨਵਾਦ। ਆਦਰਨੀय मंच ਤੇ ਵਿਰਾਜਮਾਨ ਅੰਬੇਡਕਰ ਟਰਸਟ ਚੇਅਰਮੈਨ ਪ੍ਰੋਫੈਸਰ ਸੋਹਣ ਲਾਲ ਜੀ, ਟਰਸਟੀ ਸਾਹਿਬਾਨ ਅਤੇ ਅੱਜ ਦੇ ਇਸ ਸ਼ਰਧਾਂਜਲੀ ਸਮਾਰੋਹ ਵਿੱਚ ਸ਼ਾਮਲ ਹੋਏ ਸਾਰੇ ਸਾਥੀਆਂ ਨੂੰ ਜੈ ਭੀਮ। ਸੋ ਸਾਥੀਓ, ਅੱਜ ਅਸੀਂ ਬਾਬਾ ਸਾਹਿਬ ਦੇ 67ਵੇਂ ਮਹਾਪਰਿਨਿਰਵਾਣ ਦਿਵਸ 'ਤੇ ਇਕੱਠੇ ਹੋਏ ਹਾਂ।
ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ। ਮੇਰੇ ਤੋਂ ਪਹਿਲਾਂ ਵੀ ਬਹੁਤ ਸਾਥੀ ਜੋ ਹੈ ਉਹ ਆਪਣੀ ਗੱਲ ਰੱਖ ਕੇ ਗਏ ਆ, ਔਰ ਬਾਲੀ ਸਾਹਿਬ ਉਹਨਾਂ ਦੀ ਗੱਲ ਤੋਂ ਬਾਅਦ ਮੈਂ ਇਹ ਸਮਝਦਾ ਕਿ ਗੱਲ ਰੱਖਣੀ ਜਿਹੜੀ ਆ ਉਹ ਅਤੀ ਕਥਨੀ ਜੀ ਹੋਵੇਗੀ, ਪਰ ਫਿਰ ਵੀ ਚਲੋ ਮੈਂ ਆਪਣੀ ਜਿਹੜੀ ਗੱਲ ਹੈ ਰੱਖਦਾ। ਸੋ ਸਾਥੀਓ, ਅੱਜ ਦਾ ਜੋ ਦਿਨ ਹੈ ਉਹ ਮੰਥਨ ਕਰਨ ਦਾ ਦਿਨ ਹੈ ਕਿ ਅਸੀਂ ਬਾਬਾ ਸਾਹਿਬ ਦੀ ਸੋਚ ਨੂੰ ਕਿੰਨਾ ਕੁ ਅਪਣਾ ਸਕੇ ਹਾਂ, ਬਾਬਾ ਸਾਹਿਬ ਦੀ ਸੋਚ ਨੂੰ ਸਮਾਜਿਕ ਤੌਰ 'ਤੇ, ਰਾਜਨੀਤਿਕ ਤੌਰ 'ਤੇ ਉਹਨੂੰ ਕਿੰਨਾ ਕੁ ਉਭਾਰ ਸਕੇ ਹਾਂ। ਸੋ ਸਾਡੀਆਂ ਜਿਹੜੀਆਂ ਸਰਕਾਰਾਂ ਆ ਉਹ ਵੀ ਤੁਸੀਂ ਦੇਖਿਆ ਕਿ ਉਹ ਫੋਟੋ ਤੱਕ ਹੀ ਸੀਮਿਤ ਰਹਿ ਗਈਆਂ। ਉਹਨਾਂ ਨੇ ਫੋਟੋ ਤਾਂ ਜ਼ਰੂਰ ਲਾ ਲਈ ਆਪਣੇ ਦਫ਼ਤਰਾਂ ਦੇ ਅੰਦਰ, CM ਹਾਊਸ ਦੇ ਅੰਦਰ ਬਾਬਾ ਸਾਹਿਬ ਅੰਬੇਡਕਰ ਦੀ ਔਰ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਉਹਨਾਂ ਦੀ, ਪਰ ਉਹਨਾਂ ਦੇ ਜਿਹੜੇ ਕਿਰਦਾਰ ਆ, ਜੋ ਬਾਬਾ ਸਾਹਿਬ ਕਰਨਾ ਚਾਹੁੰਦੇ ਸੀ, ਜੋ ਬਾਬਾ ਸਾਹਿਬ ਦੇ ਸੰਵਿਧਾਨ ਦੀ ਗਰਿਮਾ ਨੂੰ ਬਣਾਈ ਰੱਖਣ ਵਾਸਤੇ, ਜਾਂ ਉਹ ਜਿਹੜੀਆਂ ਸਰਕਾਰਾਂ ਆ ਜਾਂ ਉਹ ਮੁੱਖ ਮੰਤਰੀ ਆ, ਮੰਤਰੀ ਆ, ਉਹ ਆਨੰਦ ਮਾਣ ਰਹੇ ਆ ਬਾਬਾ ਸਾਹਿਬ ਵੱਲੋਂ ਦਿੱਤੇ ਉਸ ਸੰਵਿਧਾਨ ਦੇ, ਉਹ ਕਿੰਨਾ ਕੁ ਉਹਦੇ ਪ੍ਰਤੀ ਵਫਾਦਾਰ ਹੈ। ਸਾਨੂੰ ਇਸ 'ਤੇ ਜ਼ਰੂਰ ਵਿਚਾਰ ਕਰਨਾ ਚਾਹੀਦਾ ਕਿ ਸਰਕਾਰਾਂ ਨੂੰ ਚੇਤੇ ਕਰਾਉਂਦੇ ਰਹਿਣਾ ਚਾਹੀਦਾ ਕਿ ਜਿਹੜਾ ਸੰਵਿਧਾਨ ਹੈ ਉਹਦੇ ਤਹਿਤ ਤੁਸੀਂ ਆਨੰਦ ਮਾਣ ਰਹੇ ਆ, ਉਹ ਤੁਹਾਡੇ ਆਨੰਦ ਮਾਣਨ ਦੇ ਵਾਸਤੇ ਨਹੀਂ ਹੈ। ਤੁਸੀਂ ਵੀ ਆਨੰਦ ਮਾਣੋ, ਪਰ ਜਿਹਦੇ ਦੁਆਰਾ ਤੁਸੀਂ ਉੱਥੇ ਪਹੁੰਚੇ ਆ, ਜਿਨ੍ਹਾਂ ਲੋਕਾਂ ਦੇ ਦੁਆਰਾ ਤੁਸੀਂ ਉੱਥੇ ਪਹੁੰਚੇ ਆ, ਉਹਨਾਂ ਨੂੰ ਵੀ ਉਸ ਸੰਵਿਧਾਨ ਦੀ ਜਿਹੜੀ ਗਰਿਮਾ ਹੈ ਉਹਦਾ ਆਨੰਦ ਲੈਣ ਦਿਓ। ਪਰ ਮੈਂ ਦੇਖਿਆ ਕਿ ਮੰਤਰੀ ਸਾਹਿਬਾਨ ਜਾਂ ਜੋ ਵੀ ਉੱਥੇ ਬੈਠਦੇ ਹਨ, ਉਹਨਾਂ ਨੇ ਆਪਣਾ ਤਾਂ ਬਹੁਤ ਕੁਝ ਬਣਾਇਆ, ਪਰ ਜਿਹੜੀ ਜਨਤਾ ਆ, ਜਿਸ ਜਨਤਾ ਦੇ ਤਹਿਤ, ਜਿਸ ਵੋਟ ਦੇ ਅਧਿਕਾਰ ਦੇ ਤਹਿਤ ਉਹਨਾਂ ਨੂੰ ਉਸ ਕੁਰਸੀਆਂ ਤੱਕ ਬਿਠਾ ਲਿਆ, ਜਿਸ ਜਨਤਾ ਨੇ, ਉਹ ਜਨਤਾ ਵੱਲ ਕੋਈ ਧਿਆਨ ਨਹੀਂ ਦਿੰਦੇ। ਤੁਸੀਂ ਪਿੱਛੇ ਦੇਖਿਆ ਹੋਣਾ ਕਿ ਕਿਸ ਤਰ੍ਹਾਂ ਸਾਡੀਆਂ ਬੀਬੀਆਂ, ਸਾਡੀਆਂ ਭੈਣਾਂ, ਸਾਡੀਆਂ ਧੀਆਂ ਦੀਆਂ ਜਿਹੜੀਆਂ ਦੁਪੱਟੇ ਆ ਔਰ ਉਹ ਰੋਲੇ ਗਏ, ਔਰ ਸਾਡੇ ਮਜ਼ਦੂਰ ਭਰਾਵਾਂ ਜਿਹੜੇ ਪੱਗਾਂ ਆ ਉਹ ਰੋਲੀਆਂ ਗਈਆਂ। ਇਹ ਕੋਈ ਬਾਬਾ ਸਾਹਿਬ ਦੇ ਵਿਧਾਨ ਮੁਤਾਬਕ ਜਾਂ ਬਾਬਾ ਸਾਹਿਬ ਦੀ ਸੋਚ ਮੁਤਾਬਕ ਸਰਕਾਰਾਂ ਦਾ ਕੰਮ ਨਹੀਂ ਹੈ। ਸੋ ਸਾਥੀਓ, ਸਮਤਾ ਸੈਨਿਕ ਦਲ ਜੋ ਹੈ ਉਹ ਹਰ ਸੰਸਥਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦਾ ਹੈ, ਔਰ ਹਮਖਿਆਲੀ ਸੰਗਠਨਾਂ ਦੇ ਨਾਲ ਆਪਣੀ ਜੋ ਗੱਲਬਾਤ ਹੈ ਜਾਂ ਵਿਚਾਰ ਹੈ ਉਹ ਸਾਂਝੇ ਕਰਦਾ ਹੈ। ਤੋ ਅੱਜ ਦੇ ਦਿਨ ਮੈਂ ਬਾਬਾ ਸਾਹਿਬ ਦੇ ਵਿਚਾਰ ਹੀ ਤੁਹਾਡੇ ਸਾਹਮਣੇ ਰੱਖਾਂਗਾ ਕਿ ਅਸੀਂ ਸਾਰੇ ਬਾਬਾ ਸਾਹਿਬ ਦੇ ਅਹਿਸਾਨਮੰਦ ਹਾਂ, ਬਾਬਾ ਸਾਹਿਬ ਦੇ ਅਹਿਸਾਨਮੰਦ ਹਾਂ ਕਿ ਅਸੀਂ ਅੱਜ ਵਧੀਆ ਥਾਵਾਂ 'ਤੇ ਬੈਠੇ ਹਾਂ ਔਰ ਅੱਛੀਆਂ ਸੀਟਾਂ 'ਤੇ ਬੈਠੇ ਹਾਂ ਔਰ ਸਾਫ ਸੁਥਰੇ ਕੱਪੜੇ ਪਾਏ ਆ, ਵਧੀਆ ਅਫਸਰ ਆ, ਸਾਡੇ ਉੱਪਰ ਤੱਕ ਮਿਨਿਸਟਰ ਹੈ, ਔਰ ਉਹਨਾਂ ਦੇ ਸ਼ਬਦ ਜਿਹੜੇ ਆ ਉਹ ਕਹਿੰਦੇ, ਜੇ ਮੈਂ ਆਪਣੀਆਂ ਗਤੀਵਿਧੀਆਂ ਨੂੰ ਬੇਰੋਕ ਟੋਕ ਚਲਾ ਸਕਿਆ ਤੇ ਸਮਤਾ ਸੈਨਿਕ ਦੇ ਬਲ ਬੂਤੇ 'ਤੇ ਹੀ ਚਲਾ ਸਕਿਆ ਹਾਂ, ਤਾਂ ਮੈਂ ਸਮਤਾ ਸੈਨਿਕ ਦਲ ਦਾ ਅਹਿਸਾਨਮੰਦ ਹਾਂ। ਬਾਬਾ ਸਾਹਿਬ ਅੰਬੇਡਕਰ ਸਮਤਾ ਸੈਨਿਕ ਦਲ ਦੇ ਅਹਿਸਾਨਮੰਦ ਹੈ। ਉਹ ਕਹਿੰਦੇ ਹਨ ਕਿ ਮੈਂ ਇਹਨਾਂ ਦੇ ਕਰਕੇ ਹੀ ਹੁਣ ਤੱਕ ਜੋ ਵੀ ਕੰਮ ਕਰ ਸਕਿਆ ਹਾਂ, ਸਮਤਾ ਸੈਨਿਕ ਦੇ ਬਲਬੂਤੇ 'ਤੇ ਕਰ ਸਕਿਆ ਹਾਂ। ਸੋ ਸਾਥੀਓ, ਮੈਂ ਬਾਬਾ ਸਾਹਿਬ ਦੇ ਅੱਜ ਮਹਾਨ ਵਿਰਾਜ ਦਿਵਸ 'ਤੇ ਉਹਨਾਂ ਨੂੰ ਸ਼ਰਧਾਂਜਲੀ ਅਰਪਣ ਕਰਦਾ ਹੋਇਆ ਇੱਕ ਚੰਦ ਲਾਈਨਾਂ ਪੇਸ਼ ਕਰ ਰਿਹਾ। ਜੇ ਨਾ ਆਮਦਾ ਦੁਨੀਆ 'ਤੇ ਅੰਬੇਦਕਰ ਸੂਰਮਾ, ਜੇ ਨਾ ਆਮਦਾ ਦੁਨੀਆ 'ਤੇ ਅੰਬੇਦਕਰ ਸੂਰਮਾ, ਧੌਣ ਕਿੰਨਿਆਂ ਤੋਂ ਹੋਣੀ ਨਹੀਂ ਸੀ ਚੱਕ ਬਈ। ਕਰਾਂ ਧੰਨਵਾਦ ਮੈਂ ਬਾਬਾ ਸਾਹਿਬ ਦਾ ਜਿਹੜਾ ਲੈ ਕੇ ਦੇ ਗਿਆ ਹੱਕ ਬਈ। ਉਹਦੀ ਸਿਫਤ ਨਹੀਂ, ਮੇਰੇ ਕੋਲ ਸ਼ਬਦ ਨਹੀਂ, ਉਹਨਾਂ ਦੀ ਸਿਫਤ ਲਈ ਮੇਰੇ ਕੋਲ ਸ਼ਬਦ ਨਹੀਂ। ਪੜ੍ਹਾਈ ਨੂੰ ਰੱਬ ਦਾ ਖਿਤਾਬ ਦੇ ਗਿਆ। ਲੋਕੀ ਕਹਿੰਦੇ ਰੱਬ ਤੋਂ ਬਹੁਤ ਕੁਝ ਮਿਲਦਾ, ਪਰ ਬਾਬਾ ਸਾਹਿਬ ਕਹਿੰਦੇ ਜਿਹੜੀ ਪੜ੍ਹਾਈ ਹੈ, ਜਿਹੜੀ ਐਜੂਕੇਸ਼ਨ ਹੈ, ਉਹੀ ਰੱਬ ਹੈ। ਪੜ੍ਹਾਈ ਨੂੰ ਰੱਬ ਦਾ ਖਿਤਾਬ ਦੇ ਗਿਆ। ਸੰਵਿਧਾਨ ਰਚੇਤਾ ਸੀ ਰਾਖਾ ਮਜਲੂਮਾਂ ਦਾ, ਸੰਵਿਧਾਨ ਰਚੇਤਾ ਸੀ ਰਾਖਾ ਮਜਲੂਮਾਂ ਦਾ, ਸਾਡੇ ਹੱਥੋਂ ਖੋਹ ਕੇ ਖੁਰਪੇ ਕਿਤਾਬ ਦੇ ਗਿਆ। ਸੰਵਿਧਾਨ ਰਚੇਤਾ ਸੀ ਰਾਖਾ ਮਜਲੂਮਾਂ ਦਾ, ਸਾਡੇ ਹੱਥੋਂ ਖੋਹ ਕੇ ਖੁਰਪੇ ਕਿਤਾਬ ਦੇ ਗਿਆ। ਕਰਾਂ ਧੰਨਵਾਦ ਬਾਬਾ ਸਾਹਿਬ ਦਾ ਜੋ ਪੜ੍ਹਾਈ ਨੂੰ ਰੱਬ ਦਾ ਖਿਤਾਬ ਦੇ ਗਿਆ, ਜੋ ਪੜ੍ਹਾਈ ਨੂੰ ਰੱਬ ਦਾ ਖਿਤਾਬ ਦੇ ਗਿਆ। ਜੈ ਭੀਮ, ਜੈ ਭਾਰਤ। ਸਮਤਾ ਸੈਨਿਕ ਦਲ ਪੰਜਾਬ ਦੇ ਪ੍ਰਧਾਨ ਹਾਂ ਜਸਵਿੰਦਰ ਬਰਿਆਣਾ ਜੀ। ਇਸ ਤੋਂ ਪਹਿਲਾਂ ਕਿ ਮੈਂ ਬੇਨਤੀ ਕਰਾਂ, ਸਾਡੇ ਲਈ ਉੱਦਾਂ ਬੜੀ ਫਖਰ ਵਾਲੀ ਗੱਲ ਹੈ, ਡਿੱਕੀ ਦੇ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਸਾਡੇ ਦਰਮਿਆਨ ਹਨ। ਮੈਂ ਬੇਨਤੀ ਕਰਾਂਗਾ ਸ਼੍ਰੀ ਸੋਹਣ ਸਹਿਜਲ ਜੀ ਨੂੰ ਕਿ ਉਹ
ਆਪਣੀ ਕਵਿਤਾ ਜਿਹੜੀ ਹੈ ਆ ਕੇ ਉਹ ਪੇਸ਼ ਕਰਨ। ਉਸ ਤੋਂ ਬਾਅਦ ਦਲਿਤ ਇੰਡੀਅਨ ਚੈਂਬਰ ਆਫ ਕਮਰਸ ਐਂਡ ਇੰਡਸਟਰੀ ਦੇ ਸ਼੍ਰੀ ਸੰਜੀਵ ਡਾਂਗੀ ਜੀ ਆਪਣੇ ਵਿਚਾਰ ਪੇਸ਼ ਕਰਨਗੇ। ਉਹਨਾਂ ਤੋਂ ਪਹਿਲਾਂ ਸ਼੍ਰੀ ਸੋਹਣ ਸਹਿਜਲ ਜੀ ਬਹੁਤ ਲੰਬੇ ਅਰਸੇ ਤੋਂ ਲਗਭਗ 50 ਸਾਲ ਤੋਂ ਅੰਬੇਡਕਰ ਮਿਸ਼ਨ ਗੁਰੂ ਰਵਿਦਾਸ ਦੀ ਵਿਚਾਰਧਾਰਾ ਦੇ ਨਾਲ ਜੁੜੇ ਹੋਏ ਹਨ, ਲਗਾਤਾਰ ਕੰਮ ਕਰ ਰਹੇ ਹਨ, ਪੋਇਟ ਹਨ ਸ਼੍ਰੀ ਸੋਹਣ ਸਹਿਜਲ ਜੀ। ਮੈਡਮ ਸ਼ਕੁੰਤਲਾ ਸਹਿਜਲ ਵੀ ਆਏ ਹੋਏ ਹਨ, ਉਹਨਾਂ ਦਾ ਵੀ ਉਹਨਾਂ ਨੂੰ ਜੀ ਆਇਆਂ ਵੀ, ਧੰਨਵਾਦ ਵੀ। ਸਹਿਜਲ ਸਾਹਿਬ। ਹਾਜ਼ਰੀਨ, ਬਹੁਤ ਬਹੁਤ ਧੰਨਵਾਦ ਮੈਨੂੰ ਟਾਈਮ ਦਿੱਤਾ। ਜੈ ਭੀਮ, ਨਮੋ ਬੁੱਧਾਏ। ਤੋ ਨਹੀਂ ਸੀ ਜਿਹੜਾ ਸਕੂਲ ਵਿੱਚ ਜਾ ਸਕਦਾ, ਨਹੀਂ ਸੀ ਜਿਹੜਾ ਸਕੂਲ ਵਿੱਚ ਜਾ ਸਕਦਾ, ਉਹਨੇ ਡਿਗਰੀਆਂ ਦੇ ਢੇਰ ਲਾ ਦਿੱਤੇ। ਅਛੂਤ ਹੁੰਦਿਆਂ ਸ਼ਾਦੀ ਬ੍ਰਾਹਮਣੀ ਨਾਲ ਉਸ ਸਮੇਂ ਰਿਕਾਰਡ ਬਣਾ ਦਿੱਤੇ। ਮੰਦਰ ਵਿੱਚ ਸੀ ਦਾਖਲਾ ਮਨਾਜੇ ਦਾ, ਮੰਦਰਾਂ ਦੇ ਦੁਆਰ ਖੁਲਵਾ ਦਿੱਤੇ। ਖੂਹ ਤਲਾਬ ਨੇੜੇ ਨਹੀਂ ਸੀ ਟੁੱਕ ਸਕਦਾ, ਪਾਣੀ ਪੀਣ ਦੇ ਹੱਕ ਦੁਆ ਦਿੱਤੇ। ਹਿੰਦੂ ਕਾਇਦੇ ਕਾਨੂੰਨ ਤੋਂ ਬਾਹਰ ਸੀ ਜੋ, ਹਿੰਦੂ ਕਾਇਦੇ ਕਾਨੂੰਨ ਤੋਂ ਬਾਹਰ ਸੀ ਜੋ, ਭਾਰਤ ਦਾ ਕਾਨੂੰਨ ਬਣਾ ਗਿਆ ਓ। ਸਹਿਜਲ ਜੀ ਦੇ ਲਈ ਕਿਤੇ ਵੀ ਥਾਂ ਨਹੀਂ ਸੀ, ਫੋਟੋ ਦਫ਼ਤਰਾਂ ਵਿੱਚ ਲੁਆ ਗਿਆ ਓ। ਇੱਕ ਬਾਬਾ ਸਾਹਿਬ ਦਾ ਕਥਨ ਆ, ਵੀ ਆਰ ਫਸਟਲੀ ਇੰਡੀਅਨਸ, ਵੀ ਆਰ ਲਾਸਟਲੀ ਇੰਡੀਅਨਸ। ਉਹਦੇ ਆਧਾਰ ਤੇ ਇਹ ਕਵਿਤਾ। ਅਸੀਂ ਮੁੱਢੋਂ ਭਾਰਤੀ, ਥੋੜਾ ਧਿਆਨ ਦਿਓ, ਗੱਲਾਂ ਬਾਤਾਂ ਨਾ ਕਰੋ ਪਲੀਜ਼। ਅਸੀਂ ਮੁੱਢੋਂ ਭਾਰਤੀ ਤੇ ਅਖੀਰ ਭਾਰਤੀ, ਕੋਈ ਝੂਠ ਜਾਂ ਦਿਖਾਵਾ ਨਹੀਂ ਜ਼ਮੀਰ ਭਾਰਤੀ। ਅਸੀਂ ਮੁੱਢੋਂ ਭਾਰਤੀ ਤੇ ਅਖੀਰ ਭਾਰਤੀ, ਕੋਈ ਝੂਠ ਜਾਂ ਦਿਖਾਵਾ ਨਹੀਂ ਜ਼ਮੀਰ ਭਾਰਤੀ। ਕੀਤੀ ਕਦੇ ਵੀ ਗਦਾਰੀ ਨਹੀਂ ਦੇਸ਼ ਨਾਲ ਹੈ, ਨਾਲ ਮਿਹਨਤਾਂ ਦੇ ਕੀਤਾ ਇਹਨੂੰ ਖੁਸ਼ਹਾਲ ਹੈ। ਸਿਰੋਂ ਪੈਰਾਂ ਤੱਕ ਸਾਡਾ, ਸਿਰੋਂ ਪੈਰਾਂ ਤੱਕ ਸਾਡਾ ਇਹ ਸਰੀਰ ਭਾਰਤੀ, ਕੋਈ ਝੂਠ ਜਾਂ ਦਿਖਾਵਾ ਨਹੀਂ ਜ਼ਮੀਰ ਭਾਰਤੀ। ਕੀਤੀ ਦੇਸ਼ ਦੀ ਉਸਾਰੀ, ਸੜਕਾਂ ਬਣਾਈਆਂ ਨੇ, ਪਰ ਸਾਡੇ ਹਿੱਸੇ ਵਿੱਚ ਫੁੱਟਪਾਥਾਂ ਆਈਆਂ ਨੇ। ਕੀਤੀ ਦੇਸ਼ ਦੀ ਉਸਾਰੀ, ਸੜਕਾਂ ਬਣਾਈਆਂ ਨੇ, ਸਾਡੇ ਹਿੱਸੇ ਵਿੱਚ ਤਾਂ ਵੀ ਫੁੱਟਪਾਥਾਂ ਆਈਆਂ ਨੇ। ਅਸੀਂ ਮੂਲ ਵਾਸੀ ਦੇਸ਼ ਦੇ, ਤਾਸੀਰ ਭਾਰਤੀ, ਕੋਈ ਝੂਠ ਜਾਂ ਦਿਖਾਵਾ ਨਹੀਂ ਜ਼ਮੀਰ ਭਾਰਤੀ। ਜਿਨੀ ਦੇਸ਼ ਲੁੱਟ ਖਾਦਾ ਉਹ ਲੋਕੀ ਹੋਰ ਨੇ, ਖਾ ਕੇ ਭੱਜ ਗਏ ਵਿਦੇਸ਼ੀ ਜਨਤਾ ਦੇ ਚੋਰ ਨੇ। ਜਿਨੀ ਦੇਸ਼ ਲੁੱਟ ਖਾਦਾ ਉਹ ਲੋਕੀ ਹੋਰ ਨੇ, ਖਾ ਕੇ ਭੱਜ ਗਏ ਵਿਦੇਸ਼ੀ ਜਨਤਾ ਦੇ ਚੋਰ ਨੇ। ਚੰਗੇ ਲੱਗਦੇ ਨਹੀਂ ਇਹੋ ਜਿਹੇ, ਚੰਗੇ ਲੱਗਦੇ ਨਹੀਂ ਇਹੋ ਜਿਹੇ ਅਮੀਰ ਭਾਰਤੀ, ਕੋਈ ਝੂਠ ਜਾਂ ਦਿਖਾਵਾ ਨਹੀਂ ਜ਼ਮੀਰ ਭਾਰਤੀ। ਜਾਤਾਂ ਪਾਤਾਂ ਨੇ ਬਣਾਈਆਂ ਬੇਈਮਾਨ ਲੋਕਾਂ ਨੇ, ਕੀਤਾ ਪਾਟੋ ਤਾੜ ਦੇਸ਼ ਨੂੰ ਸ਼ੈਤਾਨ ਲੋਕਾਂ ਨੇ। ਕੀਤੇ ਇਨ੍ਹਾਂ ਹੀ ਗਦਾਰਾਂ, ਕੀਤੇ ਇਨ੍ਹਾਂ ਹੀ ਗਦਾਰਾਂ ਲੀਰੋ ਲੀਰ ਭਾਰਤੀ, ਕੀਤੇ ਇਨ੍ਹਾਂ ਹੀ ਗਦਾਰਾਂ ਲੀਰੋ ਲੀਰ ਭਾਰਤੀ, ਕੋਈ ਝੂਠ ਜਾਂ ਦਿਖਾਵਾ ਨਹੀਂ ਜ਼ਮੀਰ ਭਾਰਤੀ। ਧਿਆਨ ਦਿਓ,
कीती किसे बेईमानी चाहे हक मारिया साडा कुणबा ना तां भी हंबिया ना हारिया कीती किसे बेईमानी साडा हक मारिया साडा कुणबा ना तां भी हंबिया ना हारिया साडे हत्थां दी हरेक है हत्थां दी हरेक है लकीर भारती साडे हत्थां दी हरेक है लकीर भारती कोई झूठ जां दिखावा नहीं ज़मीर भारती चाहे खेती कारखाने चाहे मजदूरी है असां सारियां लई काम करना जरूरी है साडे दिलां ते छपी है साडे दिलां ते छपी है तस्वीर भारती कोई झूठ जां दिखावा नहीं ज़मीर भारती लास्ट असीं हर हीले देश दा विकास चाहुंदे हां असीं हर हीले देश दा विकास चाहुंदे हां सहजल करना बुराइयां दा भी नाश चाहुंदे हां असीं हर हीले देश दा विकास चाहुंदे हां सहजल करना बुराइयां दा भी नाश चाहुंदे हां बनना चाहुंदे नहीं लकीर दे बनना चाहुंदे नहीं लकीर दे फकीर भारती कोई झूठ जां दिखावा नहीं ज़मीर भारती असी मुड्डों भारती ते अखीर भारती कोई झूठ जां दिखावा नहीं ज़मीर भारती जय भीम नमो बुद्धाय थैंक यू वेरी मच मैनू टाइम दिता थैंक यू ਇੰਨੀ ਉਮਰ ਦੇ ਵਿੱਚ ਵੀ ਸਹਿਜਲ ਸਾਹਿਬ ਦੇ ਵਿੱਚ ਬੜਾ ਜੋਸ਼ ਹੈ ਬਹੁਤ ਹੀ ਵਧੀਆ ਉਹਨਾਂ ਨੇ ਬਾਬਾ ਸਾਹਿਬ ਦੇ ਜੀਵਨ ਮਿਸ਼ਨ ਦੇ ਨਾਲ ਸੰਬੰਧਿਤ ਆਪਣੇ ਨਾਲ ਕਵਿਤਾ ਸਾਂਝੀ ਕੀਤੀ ਜਿਵੇਂ ਮੈਂ ਪਹਿਲਾਂ ਤੁਹਾਡੇ ਨਾਲ ਕੁਝ ਦਾਨੀ ਸੱਜਣਾਂ ਦੀ ਲਿਸਟ ਸਾਂਝੀ ਕੀਤੀ ਇਸੇ ਤਰ੍ਹਾਂ ਇਹ ਮੇਰੇ ਸਾਥੀ ਮਨੋਹਰ ਲਾਲ ਮਹੇਸ਼ ਜੀ ਸੰਤਰਾਮ ਜਲੋਲਵਾਦੀ ਤੋਂ ਸਾਡੀ ਮੈਡਮ ਮਹਿੰਦਰ ਕੌਰ ਰੱਤੂ ਜੀ ਯੂਕੇ ਤੋਂ ਉਹਨਾਂ ਸਾਥੀਆਂ ਨੇ ਸਾਨੂੰ 500 ਰੁਪਈਆ ਦਿੱਤਾ ਹੈ ਅਤੇ ਅਸੀਂ ਉਹਨਾਂ ਦੇ ਸਾਰਿਆਂ ਦੇ ਧੰਨਵਾਦੀ ਹਾਂ ਇਸੇ ਤਰ੍ਹਾਂ ਜਿਵੇਂ ਮੈਂ ਪਹਿਲਾਂ ਸਾਰੇ ਸਾਥੀਆਂ ਦੇ ਨਾਂ ਅਨਾਉਂਸ ਕੀਤੇ ਸਾਡੇ ਬਹੁਤ ਹੀ ਸੀਨੀਅਰ ਸਾਥੀ ਲੰਮੇ ਸਮੇਂ ਤੋਂ ਸਾਡੇ ਨਾਲ ਬਣੇ ਹੋਏ ਨੇ ਇਹ ਮੇਰੀ ਮੁਰਾਦ ਅਨਿਲ ਮਹੇਸ਼ ਜੀ ਰਿਟਾਇਰ ਨਿਊਜ਼ ਐਡੀਟਰ ਦੂਰਦਰਸ਼ਨ ਕੇਂਦਰ ਜਲੰਧਰ ਤੋਂ ਅਤੇ ਸੁਰਜੀਤ ਜੌਲਾਂ ਤੋਂ ਬੜੇ ਪੁਰਾਣੇ ਅੰਬੇਡਕਰੀ ਨੇ ਬਜ਼ੁਰਗ ਸਾਥੀ ਨੇ ਸਾਡੇ ਉਹ ਵੀ ਸਾਡੇ ਇਸ ਪ੍ਰੋਗਰਾਮ 'ਚ ਆਏ ਨੇ ਇਸੇ ਤਰ੍ਹਾਂ ਸੁਭਾਸ਼ ਮੁਸਾਫਰ ਜੀ ਅਤੇ ਉਹਨਾਂ ਦੀ ਪਤਨੀ ਸੁਨੀਤਾ ਮੁਸਾਫਰ ਜੀ ਪਾਲਮਪੁਰ ਹਿਮਾਚਲ ਤੋਂ ਉਹ ਵਿਸ਼ੇਸ਼ ਤੌਰ 'ਤੇ ਸਾਡੇ ਪ੍ਰੋਗਰਾਮ 'ਚ ਆਏ ਨੇ ਇਹਨਾਂ ਸਾਰਿਆਂ ਸਾਥੀਆਂ ਦਾ ਅਸੀਂ ਇਸ ਮੰਚ ਵੱਲੋਂ ਇੱਕ ਵਾਰ ਫੇਰ ਧੰਨਵਾਦ ਕਰਦੇ ਹਾਂ ਹੁਣ ਅਗਲੀ ਕਾਰਵਾਈ ਇਹ ਮੇਰੇ ਸਾਥੀ ਡਾਕਟਰ ਜੀ.ਸੀ. ਕੌਲ ਜੀ ਬਿਨਾਂ ਕਿਸੇ ਭੂਮਿਕਾ ਤੋਂ ਸ਼੍ਰੀ ਸੰਜੀਵ ਡਾਂਗੀ ਜੀ ਨੂੰ ਜਿਹੜੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਹਨ ਦਲਿਤ ਇੰਡੀਅਨ ਚੈਂਬਰ ਆਫ ਕਮਰਸ ਐਂਡ ਇੰਡਸਟਰੀ ਸਮੇਂ ਨੂੰ ਧਿਆਨ 'ਚ ਰੱਖਦੇ ਹੋਏ 2 ਮਿੰਟ ਦਾ ਸਮਾਂ ਉੱਦਾਂ 1 ਮਿੰਟ ਤਾਂ ਚਲੋ ਆਪ ਵੀ ਹੋਰ ਵੀ ਹੋ ਜਾਂਦਾ संजीव डांगी जी बाबा साहब के महापरिनिर्वाण दिवस पे मंच पे बैठे सभी महानुभाव मेरे से पहले पूर्व जो वक्ता थे बाबा साहब के बारे में उनकी लेगेसीज़ के बारे में बता के गए मैं हिंदी में बोलूँगा पंजाबी नहीं आती है मेरे को न ही मैं अच्छा वक्ता हूँ 4 चीज़ें जो मुझे पता है बाबा साहब हमारे लिए विरासत में क्या छोड़ के गए और हम उनको कैसे आगे बढ़ा रहे हैं। जहाँ तक राजनीति की बात आई तो रिपब्लिकन पार्टी ऑफ इंडिया बनाई, ये एक लेगेसी देके गए हमें बाबा साहब। इन लेगेसीज में जो उनके जीवन भर का काम था
जो वो बताना चाहते थे समाज को, जिस रास्ते आगे बढ़ाना चाहते थे, वो छोड़ के गए। दूसरा, उन्होंने एजुकेशन के लिए पीपल्स एजुकेशन सोसाइटी बना के, सोशल कॉजेस के लिए, सेल्फ डिफेंस के लिए समता सैनिक दल बना के गए। रिलीजन में क्यों हम हिंदुज़म में हैं और क्या हमें लेना है, उसके लिए बुद्धिज़्म का रास्ता बता के गए, बुद्धिस्ट सोसाइटी ऑफ इंडिया बनाई। लेकिन एक पांचवी उनकी लेगेसी थी जो आर्थिक सशक्तिकरण पे थी, उस पे वो अपने जीवन में काम नहीं कर पाए इतना। तो हम दलित इंडियन चेंबर ऑफ कॉमर्स एंड इंडस्ट्री बाबा साहब के बताए हुए आर्थिक रास्ते पे समाज को ले जाने की कोशिश कर रहे हैं। सरकारी नौकरियां कम हो रही हैं, क्यों कम हो रही हैं वो एक अलग चर्चा का विषय है। लेकिन आज की तारीख में पूरे देश में 1.5-2 लाख से ज़्यादा साल में सरकारी नौकरी नहीं आती। उसमें हम अनुसूचित जाति जनजाति को देखें, जो रिजर्वेशन बाबा साहब दे के गए हैं, मुश्किल से 50,000 लोगों को नौकरियां लगेंगी और वो नौकरियां मिलेंगी हमें, चाहे कोई कुछ भी बोले। जो रिजर्वेशन बाबा साहब दे के गए हैं हमारा हक है, हमें मिलता रहेगा। लेकिन क्या हमें पता है कि हर साल कितने लोग इस जॉब मार्केट में आते हैं? पूरे देश में श्री अवॉर्डी डॉक्टर मिलिंद कामले ने चेंबर चालू किया। राज्य भर में हमारे चैप्टर्स हैं, कई इंडिया से बाहर भी हमारे चैप्टर्स हैं। बाबा साहब मानते थे कि अगर आर्थिक सशक्तिकरण होगा तो हमारा सोशल और पॉलिटिकल एम्पावरमेंट अपने आप होगा। हमें ये चीज़ समझनी है। आप सब लोग पंजाब में बैठे हैं, बाबा साहब बहुत यहाँ आते थे जाते थे। गुजरात, राजस्थान जैसी जगह कम वो आए। राजस्थान, यूपी में आज भी बहुत एट्रॉसिटीज़ होती हैं। बट आप एट्रॉसिटीज़ को देखेंगे तो एट्रॉसिटीज़ का डायरेक्ट लिंक है उसके इकोनॉमिक स्टेटस से। अमीर आदमी पे एट्रॉसिटी नहीं होती, डिस्क्रिमिनेशन हो सकता है, एट्रॉसिटी नहीं होती, वो हमेशा गरीब पे ही होती है। हम जो लोग ऊपर आ गए हैं कुछ लोग, तो हमारा ये कर्तव्य बनता है, ये हम बाबा साहब के प्रति हम समर्पित करते हैं कि हम बाकी लोगों को भी ऊपर उठाएं, और उद्यमिता ही एकमात्र रास्ता है। पॉलिटिकल पार्टीज आती हैं जाती हैं, हम हमेशा मांगते रहते हैं कि सरकार ये नहीं कर रही, सरकार वो नहीं कर रही। हाँ, सरकार को करना चाहिए, लेकिन सरकार से करवाना है। हम कूटनीति भूल जाते हैं, डिप्लोमेसी भूल जाते हैं। हम सड़क पे उतर जाते हैं, धरना देते हैं, सब करते हैं, ज़रूरी भी है कई चीज़ों के लिए, लेकिन हम डिप्लोमेटिक नहीं होते हैं। आज मैं ये फ़ख्र के साथ कह सकता हूँ कि देश भर में जितनी भी लोन्स की या बिजनेस अपॉर्चुनिटी सरकार में जो भी बनी हैं, वो सब डिक्की के आने के बाद बनी है। हमने कभी कोई धरना नहीं दिया, हमने कहीं कोई नारेबाजी नहीं की, हमने सरकार से टेबल पे बैठ के 1-to-1 बातें की हैं, और सरकार से, पॉलिटिकल पार्टी से नहीं। पॉलिटिकल पार्टी आज एक है, कल कोई दूसरी आएगी, तीसरी आएगी। सरकार के साथ काम करना, पॉलिसी सरकार बनाती है। तो ये हमें देखना है कि अच्छा, और हम आते हैं वेरियस मंचों से, हम हमेशा ब्राह्मणों को, इनको उनको गालियाँ देते हैं। ठीक, ब्राह्मणों से परेशानी नहीं है, ब्राह्मणवाद से परेशानी है। बाबा साहब भी वही बोलते थे। अब जो हमारा विकास भी होगा वो समन्वय से ही होगा। हमें जो लाइक माइंडेड लोग हैं, इवन इन अदर कम्युनिटीज़, उनको साथ लेके चलना होगा, तभी हमारा विकास होगा। तो एक बार फिर मुझे 2 ही मिनट दिए गए थे, मुझे लगता है 2 मिनट से ज़्यादा बोल दिया मैंने। एक बार फिर मैं अंबेडकर भवन ट्रस्ट को, ऑर्गेनाइजर्स को,
हमारे डिक्की के पंजाब के वाइस प्रेसिडेंट केडी सिंह जी को धन्यवाद कहता हूं कि मेरे को यहाँ बुलाया और बोलने का मौका दिया। और बाबा साहब के चरण जिस जगह पे पड़े हैं वहाँ आके मैं बहुत बहुत अभिभूत हुआ। बहुत बहुत धन्यवाद। बहुत धन्यवाद संजीव डांगी जी। डॉक्टर साहब, डॉक्टर SP सिंह साहब, खाना खा के जाना, सारिਆਂ ने खाना खा के जाना, खाना तैयार ही है, बस आप थोड़े 2-3 मिनट का काम है सारा। मैं साढ़े गेस्ट स्पीकर आए हैं हिमाचल पालमपुर तो हिमाचल प्रदेश तो, सिर्फ 2 मिनट ਲਈ वो भी एक हाज़री लवावांगे, ਤੁਹਾਡੇ सामने आउणगे। श्री सुभाष मुसाफिर जी, पालमपुर हिमाचल प्रदेश। तथागत गौतम बुद्ध को नमन करते हुए आज बाबा साहब डॉक्टर भीमराव अम्बेडकर जी के इस परिनिर्वाण दिवस पर अपनी भावभीनी श्रद्धांजलि अर्पित करता हूं। और आप सबसे मिलने की तमन्ना थी, इसीलिए मैंने संधू साहब को फ़ोन करके पूछा। मैं कहा कम से कम ज़्यादा नहीं तो मैं अगर लेट भी हो गया तो मैं सबको देख तो लूँगा कि जो हमारे मिशनरी साथी हैं तो उनको देखकर ही मुझे इतनी एनर्जी आ जाएगी कि मैं पूरे साल भर फिर से एक नई ऊर्जा के साथ अपने समाज के बीच में काम करता रहूँगा। मुझे सिर्फ 2 बातें ही कहनी है कि हमारे जीवन में हम चाहे जितना मर्जी किताबें पढ़ लें, जो भी कर लें, बाबा साहब का देखिए जो हमारे साथ खड़े होंगे, या तो उन्होंने बाबा साहब को पढ़ा है या फिर जिन्होंने पढ़ा है उसकी बात को माना है। और जितनी मर्जी संस्थाएं बना लीजिए, जब तक वो संस्थाएं बाबा साहब द्वारा दिए गए 2 अवसर जो 5 साल और 10 साल के बाद आता है, वहाँ पर हमारी हाज़िरी पक्की नहीं होती तो हमारा उन संस्थाओं में काम करने का कोई मतलब नहीं बनता है। अगर 5 साल में जो इलेक्शन आते हैं पंचायत से लेकर के पार्लियामेंट तक, वहाँ हमारा समाज एकत्रित होकर के अपने पार्टी को, अपने राजनीतिक दल को मजबूत नहीं करता। और 10 साल बाद जो बाबा साहब हमारे को दम दे गए हैं, जब जनगणना होती है तो उसमें वो अपनी हाज़िरी बौद्ध धर्म में नहीं लगवाता, तब तक हम लोग जो पूरे देश के अंदर बाबा साहब द्वारा इस मुल्क को बड़ी मुश्किल से, उस समय भी कांग्रेस के राज में जब इन लोगों ने कांग्रेस पार्टी बना करके बाबा साहब को पूरे जीवन कठिनाइयाँ पैदा करी और हिंदू राष्ट्र बनाना चाहते थे, बाबा साहब ने एक बार ही कहा कि हमें पूरी ताकत लगा करके इस देश में, इस देशवासियों को इस हिंदू राष्ट्र के फलसफे से ऊपर उठा करके इसको भारत बनाना है। तो आज तो बहुत ज़्यादा पूरे भारतवर्ष में हमारे लोगों को, खासकर SC ST OBC के जो लोग हैं, उनको ये यकीन करवा दिया गया है कि तुम लोग हिंदू हो। तो अगर जनगणना होती भी है, क्योंकि हमारे पास प्रचार प्रसार नहीं है। अभी पिछले दिनों जो दिल्ली में वो गौतम जी वाला एपिसोड हुआ, वो किसी से ऐसा नहीं है कि उसके बारे में कोई जानता नहीं है। जय भीम आज का भारतवर्ष का प्रधानमंत्री शाम तक रट्टा मारता है, लेकिन उसकी औकात जो 5 प्रतिज्ञाएं हैं उसको मुंह से बोलने की नहीं है। तो ये हमारे लिए एक बहुत ही बाबा साहब की जो विचारधारा को अपने लोगों के बीच में पहुंचाने का एक बहुत सुनहरी मौका है। तो मैं आपके बीच में ज़्यादा देर नहीं रहते हुए अपनी बात यही समाप्त करूंगा कि रास्ते कहीं नहीं जाते, मुसाफिर को ही चलना पड़ता है। हर सुबह उगे सूरज को शाम को ढलना पड़ता है। रास्ते कहीं नहीं जाते, मुसाफिर को ही चलना पड़ता है। हर सुबह उगे सूरज को शाम को ढलना पड़ता है। यूं ही नहीं मिल जाती हर किसी को मंजिल, इम्तिहान की आग में हर किसी को जलना पड़ता है, हर किसी को जलना पड़ता है। इसी के साथ आप सबको मेरी तरफ से जय भीम, नमो बुद्धाय। मुझे समय दिया, आपने मुझे सुना, उसके लिए आप सबका बहुत बहुत धन्यवाद। थैंक यू। जय भीम, जय भारत। ਸਮੇਂ ਨੂੰ ਬਿਲਕੁਲ ਧਿਆਨ 'ਚ ਰੱਖਦਿਆਂ ਮੁਸਾਫਿਰ ਸਾਹਿਬ ਨੇ ਆਪਣੀ ਸਿਰਫ ਹਾਜ਼ਰੀ ਲਗਵਾਈ। ਔਰ ਇਹ ਸਾਡੇ ਸਾਥੀ ਘੰਟਾ 1.5 ਘੰਟਾ ਬੋਲਣ ਤੋਂ ਬਾਅਦ ਗਰਮ ਹੁੰਦੇ ਆ। ਇਹਨਾਂ ਦਾ ਐਕਸਪੀਰੀਅੰਸ ਆ ਔਰ ਇੰਨਾ ਇਹਨਾਂ ਦਾ ਪਕੜ ਹੈ ਬੋਲਣ 'ਤੇ। ਔਰ ਬਹੁਤ ਸਾਰਾ ਇਹਨਾਂ ਨੇ ਜਿਹੜਾ ਲਿਟਰੇਚਰ ਹੈ ਬਾਬਾ ਸਾਹਿਬ ਦਾ ਉਹ ਬਹੁਤ ਪੜ੍ਹਿਆ ਔਰ ਲੰਬਾ ਸਮਾਂ ਇਹਨਾਂ ਦੇ ਮਿਸ਼ਨ 'ਚ ਕੰਮ ਕੀਤਾ। ਤੋ ਇੱਕ ਵਾਰ ਫੇਰ ਅਸੀਂ ਇਸ ਮੰਚ ਵੱਲੋਂ ਮੁਸਾਫਿਰ ਅਤੇ ਉਹਨਾਂ ਦੀ ਸ਼ਰੀਕੇ ਹਯਾਤ ਉਹ ਸਾਡੇ ਦਰਮਿਆਨ ਆਏ, ਉਹਨਾਂ ਦਾ ਧੰਨਵਾਦ।
ਤੇ ਉਹਨਾਂ ਨੇ ਇਹ ਸਾਡੇ ਟਰਸਟ ਨੂੰ 1000 ਰੁਪਈਆ ਵੀ ਦਿੱਤਾ, ਉਹਦੇ ਲਈ ਵੀ ਉਹਨਾਂ ਦਾ ਧੰਨਵਾਦ। ਤੇ ਬਲਵਿੰਦਰ ਪਵਾਰ ਜੀ ਵੀ ਜਿਹੜੇ ਕਵੀ ਨੇ ਇਹ ਸਾਡੇ ਸਮਾਜ ਦੇ, ਉਹ ਆਪਣੀ ਪਤਨੀ ਦੇ ਨਾਲ ਉਹ ਵੀ ਸਾਡੇ ਵਿੱਚ ਨੇ। ਤੇ ਇਸੇ ਤਰ੍ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਅੰਬੈਸਡਰ ਰਮੇਸ਼ ਚੰਦਰ ਜੀ, ਉਹਨਾਂ ਦੇ ਬ੍ਰਦਰ ਪਰਮਜੀਤ ਪੰਮੀ ਜੀ, ਮਹੇਸ਼ ਜੀ, ਉਹ ਵੀ ਇਹ ਅੱਜ ਦੇ ਸਾਡੇ ਪ੍ਰੋਗਰਾਮ ਵਿੱਚ ਸ਼ਾਮਲ ਸੀ। ਸੋ ਹੁਣ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਸਾਡੇ ਟਰਸਟ ਦੇ ਚੇਅਰਮੈਨ ਰਿਟਾਇਰਡ DPI ਸੋਹਣ ਲਾਲ ਜੀ, ਉਹ 2 ਮਿੰਟ ਲਈ ਤੁਹਾਡਾ ਧੰਨਵਾਦ ਕਰਨਗੇ। ਤੇ ਉਸ ਤੋਂ ਬਾਅਦ ਆਪਾਂ ਸਾਰੇ ਖਾਣਾ ਖਾਵਾਂਗੇ। ਸਾਰਿਆਂ ਨੂੰ ਬੇਨਤੀ ਹੈ ਕਿ ਕਿਸੇ ਨੇ ਵੀ ਖਾਣਾ ਖਾਣ ਤੋਂ ਬਿਨਾਂ ਨਹੀਂ ਜਾਣਾ। ਤੇ ਤੁਹਾਡਾ ਇੱਕ ਵਾਰ ਫੇਰ ਇਸ ਮੰਚ ਵੱਲੋਂ ਅਸੀਂ ਧੰਨਵਾਦ ਕਰਦੇ ਹਾਂ। DPI ਸਾਹਿਬ ਨੂੰ ਬੇਨਤੀ ਹੈ ਕਿ ਉਹ ਮੰਚ ਤੇ ਆਉਣ ਸਿਰਫ 2 ਮਿੰਟ ਲਈ। ਹਾਜ਼ਰੀਨ, ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਕੁਝ ਸਮੇਂ ਨੂੰ ਧਿਆਨ ਰੱਖਦੇ ਹੋਏ ਬਦਲਾਅ ਕੀਤੇ ਗਏ। ਉਹਨਾਂ ਬਦਲਾਵਾਂ ਦਾ ਸਿੱਟਾ ਹੈ ਕਿ ਮੈਨੂੰ ਇਸ ਫੰਕਸ਼ਨ ਦੇ ਵਿੱਚ ਦੂਸਰੀ ਵਾਰ ਸਟੇਜ ਤੇ ਆਉਣਾ ਪਿਆ ਹੈ। ਜੋ ਗੱਲ ਪਹਿਲੇ ਮੈਂ ਤੁਹਾਡੇ ਨਾਲ ਸਾਂਝੀ ਨਹੀਂ ਕਰ ਸਕਿਆ, ਉਹ ਹੁਣ ਕਰਾਂਗਾ। ਤੇ ਅੱਜ ਦੇ ਦਿਨ ਮੈਂ ਸੋਚਦਾ ਸੀ ਕਿ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਦਿੰਦਿਆਂ ਹੋਇਆਂ ਕੀ ਗੱਲ ਕਹਾਂ। ਕੁਝ ਕਿਤਾਬਾਂ ਫਰੋਲੀਆਂ ਤੇ ਕੁਝ ਨਵੀਆਂ ਗੱਲਾਂ ਮੈਨੂੰ ਲੱਭੀਆਂ। ਮੈਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ। 5 ਮਿੰਟ ਦਾ ਸਮਾਂ ਤੁਹਾਡਾ ਲਵਾਂਗਾ। ਅਸੀਂ ਦੇਖਦੇ ਹਾਂ ਕਿ ਬਾਬਾ ਸਾਹਿਬ ਇੱਕ ਬਹੁਤ ਹੀ ਉੱਚ ਕੋਟੀ ਦੇ ਵਿਦਵਾਨ ਹੋਏ। ਬਹੁਤ ਮੁਸ਼ਕਲਾਂ ਸੀ ਉਹਨਾਂ ਦੇ ਜੀਵਨ ਦੇ ਵਿੱਚ, ਤੇ ਉਹ ਵਿੱਦਿਆ ਗ੍ਰਹਿਣ ਕਰਕੇ ਸਿੰਬਲ ਆਫ ਨੌਲੇਜ ਬਣੇ ਇਸ ਸੰਸਾਰ ਦੇ ਵਿੱਚ। ਉਹਨਾਂ ਤੋਂ ਪਹਿਲੇ ਜੋ ਸਾਡੇ ਦੇਸ਼ ਦੀ ਹਾਲਤ ਸੀ, ਉਸ ਦੇ ਬਾਰੇ ਇੱਕ ਵਿਦਵਾਨ ਨੇ ਗੱਲ ਕਹੀ ਹੈ। ਉਸ ਵਿਦਵਾਨ ਦਾ ਨਾਂ ਹੈ KW ਕਾਪ, ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਭਾਰਤ ਦੇ ਵਿਕਾਸ ਦੀ ਜੋ ਧੀਮੀ ਗਤੀ ਹੈ, ਉਸ ਦਾ ਕਾਰਨ ਕੀ ਹੈ? ਉਸ ਦਾ ਕਾਰਨ ਹਿੰਦੂ ਸੰਸਕ੍ਰਿਤੀ ਅਤੇ ਹਿੰਦੂ ਸਮਾਜਿਕ ਰਚਨਾ ਹੈ। ਇਹ ਸਮਝਣ ਵਾਲੀ ਗੱਲ ਹੈ। ਇੱਥੋਂ ਹੀ ਸਾਰੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਪੈਦਾ ਹੁੰਦੀਆਂ ਨੇ। ਸਾਡੇ ਦੇਸ਼ ਦੇ ਵਿੱਚ ਹਰ ਨਾਗਰਿਕ ਨੂੰ ਵਿੱਦਿਆ ਪ੍ਰਾਪਤ ਕਰਨ ਦਾ ਬਰਾਬਰ ਅਧਿਕਾਰ ਨਹੀਂ ਸੀ। ਇਹ ਤੁਸੀਂ ਸਾਰੇ ਜਾਣਦੇ ਹੋ, ਔਰ ਇਸ ਨੂੰ ਬਾਬਾ ਸਾਹਿਬ ਨੇ ਖੂਬ ਸਮਝਿਆ ਤੇ ਉਸ ਨੂੰ ਕਾਊਂਟਰ ਕਰਨ ਲਈ ਆਪਣਾ ਸਾਰੀ ਵਿਦਵਤਾ ਜਿਹੜੀ ਸੀ ਉਹ ਲਗਾਈ। ਸ਼ੂਦਰਾਂ ਅਤੇ ਛੂਤਾਂ ਨੂੰ ਵਿੱਦਿਆ ਪ੍ਰਾਪਤ ਕਰਨ ਦੀ ਮਨਾਹੀ ਸੀ। ਇਹ ਵੀ ਤੁਸੀਂ ਭਲੀ ਭਾਂਤੀ ਜਾਣਦੇ ਹੋ। ਇਹ ਮਨਾਹੀ ਨੂੰ ਧਰਮ ਵੱਲੋਂ ਪ੍ਰਮਾਣਿਕਤਾ ਦਿੱਤੀ ਗਈ ਸੀ। ਅਗਰ ਕੋਈ ਅਛੂਤ ਇਸ ਦੀ ਉਲੰਘਣਾ ਕਰਦਾ ਸੀ ਤੇ ਜੋ ਜੋ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ ਉਹ ਤੁਸੀਂ ਜਾਣਦੇ ਹੋ। ਜੀਭ ਕੱਟੀ ਜਾਂਦੀ ਸੀ, ਕੰਨਾਂ ਦੇ ਵਿੱਚ ਲੈਡ ਪਾਤਾ ਜਾਂਦਾ ਸੀ, ਔਰ ਈਵਨ ਕਿ ਮੌਤ ਦੀ ਸਜ਼ਾ ਵੀ ਦੇ ਦਿੱਤੀ ਜਾਂਦੀ ਸੀ। ਸੋ ਅਜਿਹੇ ਅਗਰ ਹਾਲਾਤ ਹੋਣ ਤੇ ਉਹ ਦੇਸ਼ ਤਰੱਕੀ ਨਹੀਂ ਕਰ ਸਕਦਾ। ਤਰ੍ਹਾਂ ਤਰ੍ਹਾਂ ਦੀਆਂ ਮੁਸ਼ਕਲਾਂ ਸਹਿੰਦੇ ਹੋਏ ਜਦੋਂ ਡਾਕਟਰ ਅੰਬੇਡਕਰ ਸਾਹਿਬ ਵਰਲਡ ਦੀਆਂ ਟੌਪ ਯੂਨੀਵਰਸਿਟੀ ਇੰਸਟੀਟਿਊਸ਼ਨਸ ਤੋਂ ਗਿਆਨ ਲੈ ਕੇ ਦੇਸ਼ ਦੇ ਵਿੱਚ ਆਉਂਦੇ ਨੇ, ਤੇ ਉਹ ਕੁਝ ਗੱਲਾਂ ਜਿਹੜੀਆਂ ਨੇ ਉਹ ਕਨਕਲੂਡ ਕਰਦੇ ਨੇ, ਔਰ ਉਹਨਾਂ ਦੇ ਅਨੁਸਾਰ ਜੋ
ਗਿਆਨ ਹੈ ਜੋ ਇਨਸਾਨ ਉਜਰਤ ਕਰਦਾ ਹੈ ਵਿੱਦਿਆ ਦੇ ਰਾਹੀਂ, ਉਹ ਇੱਕ ਬਹੁਤ ਵੱਡੀ ਸ਼ਕਤੀ ਹੈ ਤੇ ਮਨੁੱਖ ਦੇ ਜੀਵਨ ਦਾ ਉਹ ਆਧਾਰ ਬਣਦਾ ਹੈ। ਉਹਨਾਂ ਦਾ ਇੱਕ ਬਹੁਤ ਹੀ ਡੀਪ ਆਬਜ਼ਰਵੇਸ਼ਨ ਹੈ ਜਿਹਨੂੰ ਕਈ ਵਾਰੀ ਸਹੀ ਅਰਥਾਂ ਵਿੱਚ ਸਮਝਿਆ ਨਹੀਂ ਜਾਂਦਾ। ਸਿੱਖਿਆ ਦੋ ਧਾਰੀ ਤਲਵਾਰ ਹੈ, ਉਹਨਾਂ ਦਾ ਇਹ ਕਹਿਣਾ ਹੈ। ਜਿਸ ਨੂੰ ਸੰਭਾਲਣਾ ਵਰਤਣਾ ਜਾਂ ਜਿਸ ਨੂੰ ਕੋਲ ਰੱਖਣਾ ਇੱਕ ਬਹੁਤ ਖਤਰਨਾਕ ਗੱਲ ਹੈ। ਇੱਥੇ ਜਰਾ ਸੋਚਣਾ ਪਏਗਾ ਸਾਨੂੰ ਕਿ ਬਾਬਾ ਸਾਹਿਬ ਦਾ ਕੀ ਮਤਲਬ ਸੀ। ਉਹਨਾਂ ਨੇ ਜੋ ਇੰਨੀ ਗੱਲ ਕਹੀ ਹੈ, ਆਮ ਤੌਰ 'ਤੇ ਇਸ ਨੂੰ ਲੋਕ ਕੰਪਰੀਹੈਂਡ ਨਹੀਂ ਕਰ ਸਕਦੇ। ਉਹਨਾਂ ਦਾ ਮਤਲਬ ਇਹ ਹੈ ਕਹਿਣ ਦਾ ਕਿ ਜੋ ਸੱਚਾ ਗਿਆਨ ਹੁੰਦਾ ਹੈ ਉਹ ਹੀ ਅਸਲੀ ਗਿਆਨ ਹੁੰਦਾ ਹੈ, ਨਹੀਂ ਤਾਂ ਗਿਆਨ ਗਲਤ ਵੀ ਹੋ ਸਕਦਾ ਹੈ ਔਰ ਉਹ ਗਲਤ ਕੰਮਾਂ ਲਈ ਵੀ ਵਰਤਿਆ ਜਾਂਦਾ ਹੈ। ਸਾਡੇ ਦੇਸ਼ ਦੇ ਵਿੱਚ ਪਹਿਲੇ ਸਮੇਂ ਦੇ ਵਿੱਚ ਇਹੋ ਹੀ ਕੁਝ ਹੋਇਆ, ਜਿਹਦਾ ਨਤੀਜਾ ਇਹ ਸੀ ਕਿ ਸਾਡੇ ਦੇਸ਼ ਦੀ ਡਿਵੈਲਪਮੈਂਟ ਜਿਹੜੀ ਸੀ ਉਹ ਬਹੁਤ ਹੀ ਸਲੋ ਹੋਈ ਔਰ ਉਹਦੇ ਆਧਾਰ 'ਤੇ ਜੋ ਸਾਡੀ ਸਮਾਜਿਕ ਸੰਰਚਨਾ ਹੋਈ ਉਹ ਵੀ ਬੜੀ ਦੁਖਦਾਈ ਹੋਈ। ਵਿੱਦਿਆ ਦੇ ਨਾਲ ਨਾਲ ਇਨਸਾਨ ਦਾ ਜੋ ਚਰਿੱਤਰ ਹੈ ਉਹ ਵੀ ਉੱਚਾ ਹੋਣਾ ਜ਼ਰੂਰੀ ਹੈ। ਅਗਰ ਪੜ੍ਹਿਆ ਲਿਖਿਆ ਇਨਸਾਨ ਚਰਿੱਤਰਹੀਨ ਹੋਵੇ ਔਰ ਉਹਦੇ ਮਨ 'ਚ ਦਇਆ ਨਾ ਹੋਵੇ ਤਾਂ ਉਹ ਪੜ੍ਹਿਆ ਲਿਖਿਆ ਇਨਸਾਨ ਜੋ ਹੈ ਉਹ ਸਮਾਜ ਲਈ ਇੱਕ ਕਰਸ ਬਣ ਜਾਂਦਾ ਹੈ, ਜੋ ਇਸ ਨੂੰ ਕਿ ਸਾਡੇ ਸਮਾਜਾਂ ਨੇ ਝੇਲਿਆ। ਇਹ ਬਹੁਤ ਡੂੰਘੀ ਸੋਚ ਹੈ ਡਾਕਟਰ ਅੰਬੇਡਕਰ ਸਾਹਿਬ ਦੀ, ਜਿਸ ਨੂੰ ਸਮਝਣ ਦੀ ਸਾਡੇ ਵੱਲੋਂ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਬਾਬਾ ਸਾਹਿਬ ਸਿੱਖਿਆ ਦੇ ਨਾਲੋਂ ਚਰਿੱਤਰ ਨੂੰ ਜ਼ਿਆਦਾ ਮਹੱਤਤਾ ਦਿੰਦੇ ਸੀ। ਉਹ ਵਿਦਿਆਰਥੀਆਂ ਬਾਰੇ ਇਹ ਖਿਆਲ ਰੱਖਦੇ ਸਨ ਕਿ ਵਿਦਿਆਰਥੀਆਂ ਨੂੰ ਆਪਣੇ ਵਿਦਿਆਰਥੀ ਜੀਵਨ ਦੇ ਵਿੱਚ ਸਿਆਸਤ ਦੇ ਵਿੱਚ ਆ ਕੇ ਆਪਣਾ ਸਮਾਂ ਅਤੇ ਆਪਣੀ ਤਾਕਤ ਊਰਜਾ ਉਹ ਬਰਬਾਦ ਨਹੀਂ ਕਰਨੀ ਚਾਹੀਦੀ ਅਤੇ ਆਪਣੀ ਮਾਨਸਿਕ ਸ਼ਕਤੀ ਜੋ ਹੈ ਉਹ ਬਰਕਰਾਰ ਰੱਖਣੀ ਚਾਹੀਦੀ ਹੈ ਅਤੇ ਉਸ ਨੂੰ ਇੱਕ ਉੱਚੇ ਲੈਵਲ 'ਤੇ ਲੈ ਜਾਣਾ ਚਾਹੀਦਾ ਹੈ। ਉਹਨਾਂ ਦੀ ਅਧਿਆਪਕਾਂ ਦੇ ਪ੍ਰਤੀ ਡਾਕਟਰ ਅੰਬੇਡਕਰ ਸਾਹਿਬ ਦਾ ਇਹ ਖਿਆਲ ਸੀ ਕਿ ਹਰ ਅਧਿਆਪਕ ਇੱਕ ਵਿਦਵਾਨ ਹੋਣ ਦੇ ਨਾਲ ਨਾਲ ਇਸ ਦੇ ਕਾਬਿਲ ਵੀ ਹੋਵੇ ਕਿ ਉਹ ਆਪਣੇ ਵਿਸ਼ੇ ਦੀ ਜਾਂ ਹਰ ਵਿਸ਼ੇ ਦੀ ਵਿਆਖਿਆ ਜੋ ਹੈ ਉਹ ਸਪਸ਼ਟ ਰੂਪ ਦੇ ਵਿੱਚ ਕਰ ਸਕੇ। ਯੂਨੀਵਰਸਿਟੀ ਰਾਹੀਂ ਦਿੱਤੀ ਦੇਣ ਵਾਲੀ ਜੋ ਵੀ ਸਿੱਖਿਆ ਹੈ ਉਹ ਮਨੁੱਖ ਦੇ ਜਾਂ ਦੁਨੀਆ ਦੇ ਅਜੋਕੀਆਂ ਜੋ ਮੁਸ਼ਕਲਾਂ ਹੈ ਉਹਨਾਂ ਨੂੰ ਹੱਲ ਕਰਨ ਦੇ ਕਾਬਿਲ ਹੋਣੀ ਚਾਹੀਦੀ ਹੈ। ਯੂਨੀਵਰਸਿਟੀ ਜੋ ਹੈ ਉਹ ਸਿਰਫ ਕਲਰਕ ਪੈਦਾ ਕਰਨ ਦੀ ਫੈਕਟਰੀ ਨਹੀਂ ਹੋਣੀ ਚਾਹੀਦੀ। ਸੋ ਇਹ ਜੋ ਖਿਆਲ ਨੇ ਇਹ ਅਸੀਂ ਆਮ ਤੌਰ 'ਤੇ ਕਿਸੇ ਵੀ ਵਿਦਵਤ ਜਿਹੜੇ ਸਕਾਲਰ ਨੇ ਉਹਨਾਂ ਦੇ ਖਿਆਲਾਂ 'ਚੋਂ ਅੱਜ ਤੱਕ ਮੈਂ ਨਹੀਂ ਪੜ੍ਹੇ। ਹੋ ਸਕਦਾ ਹੈ ਤੁਸੀਂ ਪੜ੍ਹੇ ਹੋਣਗੇ, ਕਿਉਂਕਿ ਮੈਂ ਡਾਕਟਰ ਅੰਬੇਡਕਰ ਸਾਹਿਬ ਦੇ ਫੀਲਡ ਵਿੱਚ ਥੋੜ੍ਹਾ ਜਿਹਾ ਜੂਨੀਅਰ ਹਾਂ। ਅੱਗੇ ਉਹਨਾਂ ਦਾ ਵਿਚਾਰ ਸੀ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਵਕਾਲਤ ਕਰਨੀ ਹੈ, ਇਸ ਮੰਤਵ ਦੇ ਨਾਲ ਕਾਨੂੰਨ ਪੜ੍ਹਨਾ ਹੈ, ਉਹਨਾਂ ਨੂੰ ਜੋ ਕ੍ਰਿਮੀਨਲ ਕਾਨੂੰਨ ਹੈ, ਸਿਵਲ ਦੀਵਾਨੀ ਕਾਨੂੰਨ ਹੈ, ਉਸ ਦੇ ਨਾਲ ਨਾਲ ਉਹਨਾਂ ਵਿਦਿਆਰਥੀਆਂ ਨੂੰ ਮਨੋਵਿਗਿਆਨ ਅਤੇ ਸਮਾਜ ਸ਼ਾਸਤਰ ਦੀ ਸਿੱਖਿਆ ਵੀ ਦੇਣੀ ਬਹੁਤ ਜ਼ਰੂਰੀ ਹੈ, ਤਾਂ ਜੋ ਉਹ ਸਹੀ ਢੰਗ ਦੇ ਨਾਲ ਇਹ ਵਕਾਲਤ ਦਾ ਜੋ ਪ੍ਰੋਫੈਸ਼ਨ ਹੈ ਉਸ ਨੂੰ ਸਮਾਜ ਦੇ ਭਲੇ ਲਈ ਵਰਤ ਸਕਣ। ਡਾਕਟਰ ਅੰਬੇਡਕਰ ਇਹ ਚਾਹੁੰਦੇ ਸਨ ਕਿ ਸਾਡੇ ਦੇਸ਼ ਦੀ ਵਿੱਦਿਆ ਦਾ ਸਾਰਾ ਪ੍ਰਬੰਧ ਜੋ ਹੈ ਉਹ ਸਰਕਾਰ ਦੇ ਹੱਥਾਂ ਵਿੱਚ ਹੋਣਾ ਚਾਹੀਦਾ ਹੈ, ਪ੍ਰਾਈਵੇਟ ਹੱਥਾਂ ਦੇ ਵਿੱਚ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹ ਇਹ ਸੋਚਦੇ ਸਨ ਕਿ ਅਗਰ ਇਸ ਅਧਿਕਾਰ ਨੂੰ
ਸੰਵਿਧਾਨ ਦੇ ਵਿੱਚ ਪਾ ਕੇ ਰੱਖ ਦਿੱਤਾ ਜਾਏ ਤਾਂ ਸਰਕਾਰ ਜੋ ਹੈ ਸਹੀ ਤਰ੍ਹਾਂ ਦੇ ਨਾਲ ਇਹ ਅਧਿਕਾਰ ਆਪਣੇ ਨਾਗਰਿਕਾਂ ਨੂੰ ਦੇ ਸਕਦੀ ਹੈ, ਜਿਸ ਦੀ ਸਾਡੇ ਸਮਾਜ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਸੀ। ਉਹਨਾਂ ਦਾ ਇਹ ਵੀ ਕਥਨ ਸੀ ਕਿ ਜੋ ਵੀ ਗ੍ਰਾਂਟ ਪੜ੍ਹਾਈ ਲਈ ਦੇਣੀ ਹੈ ਕਿਸੇ ਵੀ ਕਾਲਜ ਨੂੰ, ਉਹ ਸੰਬੰਧਿਤ ਯੂਨੀਵਰਸਿਟੀ ਦੇ ਥਰੂ ਹੀ ਦਿੱਤੀ ਜਾਵੇ, ਸਿੱਧੇ ਤੌਰ 'ਤੇ ਨਾ ਦਿੱਤੀ ਜਾਵੇ, ਕਿਉਂਕਿ ਜਦੋਂ ਸਿੱਧੇ ਤੌਰ 'ਤੇ ਦਿੱਤੀ ਜਾਏਗੀ ਉਸ ਵੇਲੇ ਉਸ ਦੇ ਵਿੱਚ ਪੋਲੀਟੀਕਲ ਕੰਸੀਡਰੇਸ਼ਨਸ ਹੋਣਗੇ ਜਿਹੜੇ ਕਿ ਸਾਡੇ ਅਧਿਕਾਰਾਂ ਦੇ ਵਿਰੁੱਧ ਨਤੀਜੇ ਦੇਣਗੇ। ਅਖੀਰ ਡਾਕਟਰ ਅੰਬੇਡਕਰ ਸਾਹਿਬ ਨੇ ਸੰਵਿਧਾਨ ਦੀ ਡਰਾਫਟਿੰਗ ਸਮੇਂ ਆਰਟੀਕਲ 45 ਦੇ ਵਿੱਚ ਸਭ ਭਾਰਤੀਆਂ ਲਈ ਸਿੱਖਿਆ ਪ੍ਰਾਪਤ ਕਰਨ ਦੀ 14 ਸਾਲ ਦੀ ਉਮਰ ਤੱਕ ਸਿੱਖਿਆ ਜੋ ਸੀ ਉਹ ਮੁਫਤ ਦੇਣ ਦਾ ਪ੍ਰਬੰਧ ਕੀਤਾ। ਉਸ ਦੇ ਨਾਲ ਨਾਲ ਇਹ ਪੱਕਾ ਕੀਤਾ ਕਿ ਹਰ 14 ਸਾਲ ਦਾ ਜੋ ਬੱਚਾ ਹੈ ਉਸ ਨੂੰ ਜ਼ਰੂਰੀ ਤੌਰ 'ਤੇ ਮੁੱਢਲੀ ਸਿੱਖਿਆ ਉਹ ਸੰਵਿਧਾਨਕ ਤੌਰ 'ਤੇ ਦਿੱਤੀ ਜਾਵੇ। ਔਰ ਮੈਨੂੰ ਪਤਾ ਨਹੀਂ ਹੁਣ ਇਸ 'ਤੇ ਕਿੰਨਾ ਕੁ ਅਮਲ ਕੀਤਾ ਜਾ ਰਿਹਾ, ਕਿੰਨਾ ਕਿ ਨਹੀਂ। ਜਦੋਂ ਦੇਖਦੇ ਹਾਂ ਸਮਾਜ ਦੇ ਵਿੱਚ ਛੋਟੇ ਛੋਟੇ ਬੱਚੇ ਸਕੂਲਾਂ ਦੀ ਬਜਾਏ ਆਪਣੀਆਂ ਮਾਵਾਂ ਦੇ ਨਾਲ ਘਰਾਂ ਦੇ ਵਿੱਚ, ਖੇਤਾਂ ਦੇ ਵਿੱਚ ਅਤੇ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਆ। ਇਹ ਵੀ ਡਾਕਟਰ ਅੰਬੇਡਕਰ ਸਾਹਿਬ ਵੱਲੋਂ ਪ੍ਰਬੰਧ ਕੀਤਾ ਗਿਆ ਕੰਸਟੀਟਿਊਸ਼ਨ ਦੇ ਵਿੱਚ ਕਿ ਜੋ ਸਿੱਖਿਆ ਦੀ ਸੰਸਥਾ ਸਰਕਾਰ ਤੋਂ ਪੈਸਾ ਲੈਂਦੀ ਹੈ, ਉਸ ਸੰਸਥਾ ਦੇ ਵਿੱਚ ਕਿਸੇ ਵੀ ਵਿਸ਼ੇਸ਼ ਧਰਮ ਦੀ ਸਿੱਖਿਆ ਨਹੀਂ ਦਿੱਤੀ ਜਾਵੇਗੀ। ਇਹ ਵੀ ਇੱਕ ਉਹਨਾਂ ਦਾ ਬਹੁਤ ਵੱਡਾ ਕਦਮ ਹੈ ਜੋ ਉਹਨਾਂ ਨੇ ਚੱਕਿਆ, ਤਾਂ ਕਿ ਕੋਈ ਵੀ ਧਰਮ ਹੈ ਜੋ ਹੈ ਉਹ ਗਲਤ ਸਿੱਖਿਆ ਨਾ ਦੇ ਸਕੇ, ਜਾਂ ਘੱਟੋ ਘੱਟ ਸਰਕਾਰ ਦਾ ਕੋਈ ਧਰਮ ਨਹੀਂ ਹੋਏਗਾ। ਸਰਕਾਰ ਦਾ ਧਰਮ ਸਿਰਫ ਬਰਾਬਰੀ ਦਾ ਧਰਮ ਹੋਏਗਾ। ਸੋ ਡਾਕਟਰ ਅੰਬੇਡਕਰ ਜੀ ਨੇ ਵਿੱਦਿਆ ਦੇ ਖੇਤਰ ਵਿੱਚ ਆਪ ਕੀ ਯੋਗਦਾਨ ਪਾਇਆ, ਉਹਨੂੰ ਮੈਂ 2 ਮਿੰਟ ਵਿੱਚ ਤੁਹਾਡੇ ਨਾਲ ਸਾਂਝਾ ਕਰਦਾ ਬੜਾ ਬਰੀਫਲੀ। ਸੋ ਸੰਨ 1920 ਵਿੱਚ ਡਾਕਟਰ ਅੰਬੇਡਕਰ ਸਾਹਿਬ ਨੇ ਦਲਿਤ ਸਿੱਖਿਆ ਸਭਾ ਦਾ ਗਠਨ ਕੀਤਾ ਔਰ ਇਸ ਦਲਿਤ ਸਭਾ ਨੇ ਦਲਿਤ ਵਿਦਿਆਰਥੀਆਂ ਦੀ ਪੜ੍ਹਾਈ ਲਈ ਬਹੁਤ ਉਪਰਾਲੇ ਕੀਤੇ। ਔਰ ਸਭ ਤੋਂ ਪਹਿਲਾ ਕਾਲਜ ਇਹਨਾਂ ਨੇ 1945 ਦੇ ਵਿੱਚ ਪੀਪਲ ਐਜੂਕੇਸ਼ਨ ਸੁਸਾਇਟੀ ਦੇ ਅਧੀਨ ਸਿਧਾਰਥ ਕਾਲਜ ਦੇ ਨਾਮ ਨਾਲ ਬੰਬੇ ਦੇ ਵਿੱਚ ਕੀਤਾ। ਇਸ ਉਪਰੰਤ ਪੀਪਲ ਐਜੂਕੇਸ਼ਨ ਸੁਸਾਇਟੀ ਵੱਲੋਂ ਸਾਇੰਸ, ਕਮਰਸ, ਲਾਅ, ਇਕਨੋਮਿਕਸ, ਇੰਜੀਨੀਅਰਿੰਗ, ਫਿਜ਼ੀਕਲ ਐਜੂਕੇਸ਼ਨ ਦੀ ਸਿੱਖਿਆ ਲਈ 12 ਕਾਲਜਾਂ ਦੀ ਸਥਾਪਨਾ ਕੀਤੀ ਔਰ ਇੱਕ ਇੰਡਸਟਰੀ ਐਂਡ ਐਡਮਿਨਿਸਟ੍ਰੇਸ਼ਨ ਇੰਸਟੀਚਿਊਟ ਵੀ ਖੋਲ੍ਹਿਆ ਔਰ ਇਹਦੇ ਨਾਲ ਨਾਲ 11 ਸਕੂਲ ਵੀ ਖੋਲ੍ਹੇ। ਵਿੱਦਿਆ ਦੇ ਖੇਤਰ ਵਿੱਚ ਡਾਕਟਰ ਅੰਬੇਡਕਰ ਜੀ ਅਤੇ ਉਹਨਾਂ ਵੱਲੋਂ ਸਥਾਪਿਤ ਕੀਤੀ ਗਈ ਸੁਸਾਇਟੀ ਵੱਲੋਂ ਇੰਨੇ ਜ਼ਿਆਦਾ ਇੰਸਟੀਟਿਊਸ਼ਨਸ ਖੋਲ੍ਹਣ ਦਾ ਨਤੀਜਾ ਕੀ ਹੋਇਆ ਕਿ ਦਲਿਤ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਚ ਕੋਟੀ ਦੇ ਅਧਿਕਾਰੀ ਬਣੇ, ਜੱਜ ਬਣੇ, ਇੰਜੀਨੀਅਰ ਬਣੇ, ਡਾਕਟਰ, ਕਲਾਕਾਰ, ਰਾਜਦੂਤ, ਮੰਤਰੀ, ਮੁੱਖ ਮੰਤਰੀ, ਉਦਯੋਗਪਤੀ ਅਤੇ ਈਵਨ ਰਾਸ਼ਟਰਪਤੀ ਵੀ ਬਣੇ। ਸੱਚਮੁੱਚ ਹੀ ਡਾਕਟਰ ਬਾਬਾ ਸਾਹਿਬ ਦੇ ਸਿੱਖਿਆ ਦੇ ਖੇਤਰ ਵਿੱਚ ਇੱਕ ਵੱਡੀ ਕ੍ਰਾਂਤੀ ਲਿਆਂਦੀ ਹੈ ਅਤੇ ਉਹ ਸਿਰਫ ਦਲਿਤਾਂ ਦੇ ਹੀ ਮਸੀਹਾ ਨਹੀਂ, ਸਗੋਂ ਸਾਰੀ ਭਾਰਤੀ ਮਨੁੱਖਤਾ ਦੇ ਮਸੀਹਾ ਬਣੇ ਹਨ। ਉਹਨਾਂ ਨੂੰ ਮੇਰੇ ਵੱਲੋਂ ਅੱਜ ਉਹਨਾਂ ਦੇ ਪੀ ਨਿਰਮਾਣ ਦਿਵਸ 'ਤੇ ਸ਼ਤ ਨਮਨ ਹੈ। ਇਹਨਾਂ ਸ਼ਬਦਾਂ ਨਾਲ ਮੈਂ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਦਿੰਦਾ ਹੋਇਆ ਆਪ ਸਭ ਦੀ ਦਾ ਬਹੁਤ ਧੰਨਵਾਦੀ ਹਾਂ
ਕਿ ਆਪ ਸਵੇਰ ਤੋਂ ਹੀ ਸਾਡੇ ਇਸ ਫੰਕਸ਼ਨ ਦੇ ਵਿੱਚ ਆਏ। ਫੰਕਸ਼ਨ ਦੇ ਵਿੱਚ ਬਹੁਤ ਸ਼ਾਂਤੀ ਦੇ ਨਾਲ ਸਾਰੇ ਹੀ ਬੁਲਾਰਿਆਂ ਨੂੰ ਸੁਣਿਆ ਅਤੇ ਤੁਹਾਡੇ ਆਉਣ ਸਦਕਾ ਹੀ ਸਾਨੂੰ ਅੱਜ 4 ਲੱਖ ਦੀ ਹੋਰ ਗ੍ਰਾਂਟ ਇਸ ਭਵਨ ਦੀ ਡਿਵੈਲਪਮੈਂਟ ਲਈ ਸਾਡੇ MP ਸਾਹਿਬ ਮਨਜ਼ੂਰ ਕਰ ਗਏ ਹਨ। ਇਸ ਸਾਰੇ ਦਾ ਸਿੱਟਾ ਜੋ ਹੈ, ਸਿਹਰਾ ਜੋ ਹੈ, ਉਹ ਤੁਹਾਡੀ ਆਮਦ ਹੈ। ਮੈਨੂੰ ਇਸ ਗੱਲ ਦੀ ਬਹੁਤ ਹੀ ਖੁਸ਼ੀ ਹੈ ਔਰ ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪ ਜੀ ਦਾ ਇੱਕ ਵਾਰ ਫਿਰ ਧੰਨਵਾਦੀ ਹਾਂ। ਅਤੇ ਆਪ ਸਭ ਨੂੰ ਟਰੱਸਟ ਵੱਲੋਂ ਸਨਿਮਰ ਬੇਨਤੀ ਹੈ ਕਿ ਅੱਜ ਦੇ ਦਿਨ 'ਤੇ ਲੰਗਰ ਦਾ ਜੋ ਇੰਤਜ਼ਾਮ ਕੀਤਾ ਗਿਆ ਹੈ ਉਹ ਤੁਹਾਡੇ ਲਈ ਹੈ ਔਰ ਆਪ ਨੂੰ ਲੰਗਰ ਗ੍ਰਹਿਣ ਕਰਨ ਦਾ ਮੈਂ ਸੱਦਾ ਦਿੰਦਾ ਹਾਂ। ਸੋ ਨਮੋ ਬੁਧਾਏ, ਜੈ ਭੀਮ, ਜੈ ਭਾਰਤ। ਸਮਾਗਮ ਆ ਉਹ ਸਮਾਪਤ ਹੈ। ਤੋ ਲੰਗਰ ਇੰਚਾਰਜ ਪਸ਼ੌਰੀ ਲਾਲ ਸੰਧੂ ਜੀ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਬੇਨਤੀ ਹੈ ਕਿ ਉਹ ਸਾਰੇ ਆਏ ਹੋਏ ਮਹਿਮਾਨਾਂ ਨੂੰ ਸਹੀ ਤਰੀਕੇ ਦੇ ਨਾਲ ਲੰਗਰ ਜਿਹੜਾ ਛਕਾਇਆ ਜਾਵੇ। ਔਰ ਇਸ ਗੱਲ ਦੀ ਮਾਫੀ ਚਾਹੁੰਦੇ ਹਾਂ ਕਿ ਤੁਹਾਡੇ ਸਬਰ ਦਾ ਅਸੀਂ ਇਮਤਿਹਾਨ ਲਿਆ, ਤਾਂ ਤੁਸੀਂ ਆਪਣਾ ਜਿਹੜਾ ਸਮਾਂ ਸਾਨੂੰ ਦਿੱਤਾ ਉਹਦੇ ਲਈ ਅਸੀਂ ਇੱਕ ਵਾਰ ਫੇਰ ਇਸ ਮੰਚ ਵੱਲੋਂ ਤੁਹਾਡੇ ਸਾਰਿਆਂ ਦੇ ਧੰਨਵਾਦੀ ਹਾਂ। ਸੋ ਸਾਰਿਆਂ ਨੂੰ ਇਸ ਮੰਚ ਵੱਲੋਂ ਜੈ ਭੀਮ, ਜੈ ਭਾਰਤ, ਨਮੋ ਬੁੱਧਾਏ। ਦੁਨੀਆ ਹੈ ਫੁੱਲ ਚੜਾਉਂਦੀ ਬਈ ਐਸੀ ਜਵਾਨੀ ਨੂੰ, ਦੁਨੀਆ ਹੈ ਫੁੱਲ ਚੜਾਉਂਦੀ ਐਸੀ ਜਵਾਨੀ ਨੂੰ, ਦੁਨੀਆ ਹੈ ਫੁੱਲ ਚੜਾਉਂਦੀ। ਬਈ ਚੋਰੀ ਕਰ ਪੀਣ ਸ਼ਰਾਬਾਂ ਉਲਟੇ ਕੰਮ ਕਰਦੇ ਨੇ, ਕੁੱਤਿਆਂ ਦੀ ਮੌਤ ਤੇ ਜਾ ਕੇ ਜੇਲਾਂ ਵਿੱਚ ਮਰਦੇ ਨੇ। ਰੋਟੀ ਤਾਂ ਰਹੀ ਇੱਕ ਪਾਸੇ ਬਈ ਦਿੰਦੇ ਨਹੀਂ ਪਾਣੀ ਨੂੰ, ਦੁਨੀਆ ਹੈ ਲਾਨਤ ਪਾਉਂਦੀ ਬਈ ਐਸੀ ਜਵਾਨੀ ਨੂੰ, ਦੁਨੀਆ ਹੈ ਲਾਨਤ ਪਾਉਂਦੀ। ਬਹੁਤ ਧੰਨਵਾਦ ਹੈ ਜੀ ਸਾਹਿਬ। ਹੱਥਾਂ ਤੇ ਮਹਿੰਦੀ ਲੱਗੀ, ਹੱਥਾਂ ਤੇ ਮਹਿੰਦੀ ਲੱਗੀ, ਹੱਥਾਂ ਤੇ ਮਹਿੰਦੀ ਲੱਗੀ, ਰਹਿ ਗਈ ਮੁਟਿਆਰਾਂ ਦੇ ਛਪ ਗਏ ਨੇ ਫੋਟੋ ਭਗਤ ਸਿੰਘ ਸਰਦਾਰਾਂ ਦੇ। ਸੂਰਾ ਜੋ ਧਰਮ ਦੀ ਖਾਤਰ ਵੀ ਕਰਦਾ ਕੁਰਬਾਨੀ ਨੂੰ, ਦੁਨੀਆ ਹੈ ਫੁੱਲ ਚੜਾਉਂਦੀ ਐਸੀ ਜਵਾਨੀ ਨੂੰ, ਦੁਨੀਆ ਹੈ ਫੁੱਲ ਚੜਾਉਂਦੀ। ਭਗਤ ਸੂਰਮੇ, ਦਾਨੀ ਤੇ ਭਗਤ ਸੂਰਮੇ, ਦਾਨੀ ਤੇ ਭਗਤ ਸੂਰਮੇ, ਪਾਉਂਦੇ ਵਡਿਆਈਆਂ ਨੂੰ ਸਾਰਾ ਜਗ ਧੰਨ ਧੰਨ ਕਹਿੰਦਾ ਉਹਨਾਂ ਦੀਆਂ ਮਾਈਆਂ ਨੂੰ। ਦੁਨੀਆ ਤੋਂ ਵਾਰ ਉਹ ਦਿੰਦੇ, ਦੁਨੀਆ ਤੋਂ ਵਾਰ ਉਹ ਦਿੰਦੇ ਆਪਣੀ ਜ਼ਿੰਦਗਾਨੀ ਨੂੰ, ਦੁਨੀਆ ਹੈ ਫੁੱਲ ਚੜਾਉਂਦੀ ਐਸੀ ਜਵਾਨੀ ਨੂੰ, ਦੁਨੀਆ ਹੈ ਫੁੱਲ ਚੜਾਉਂਦੀ। ਇੱਜ਼ਤ ਤੇ ਅਣਖ ਧਰਮ ਦਾ, ਇੱਜ਼ਤ ਤੇ ਅਣਖ ਧਰਮ ਦਾ, ਇੱਜ਼ਤ ਤੇ ਅਣਖ ਧਰਮ ਦਾ, ਛੱਡ ਬੈਠੇ ਪਾਸਾ ਜੋ ਦੁਨੀਆ ਦੀ ਨਿੰਦਿਆ ਹੁੰਦਾ, ਨਰਕਾਂ ਵਿੱਚ ਵਾਸਾ ਜੋ। ਪਾਗਲ ਹੈ ਮਨਾ ਮੂਰਖਾ ਉਹ ਛੱਡ ਦੇ ਬੇਈਮਾਨੀ ਨੂੰ, ਦੁਨੀਆ
ਜਵਾਨੀ ਨੂੰ ਦੁਨੀਆ ਹੈ ਫੁੱਲ ਚੜਾਉਂਦੀ, ਐਸੀ ਜਵਾਨੀ ਨੂੰ ਦੁਨੀਆ ਹੈ ਫੁੱਲ ਚੜਾਉਂਦੀ, ਐਸੀ ਜਵਾਨੀ ਨੂੰ ਦੁਨੀਆ ਹੈ ਫੁੱਲ ਚੜਾਉਂਦੀ। ਜੈ ਭੀਮ ਜੈ ਭਾਰਤ।